ਇੱਕ ਪਾਸੜ फैसले ने ਉਹ ਕੇਂਦਰ ਸਰਕਾਰ ਲੈਂਦੀ ਜਾ ਰਹੀ ਹੈ ਔਰ ਉਹਨਾਂ ਨੂੰ ਰੋਕਣ ਵਾਲਾ ਹਾਲ ਦੀ ਘੜੀ ਕੋਈ ਨਹੀਂ। ਅਟੈਕ ਉਹਨਾਂ ਨੇ ਮੋਦੀ ਤੇ ਕੀਤਾ ਪਰ ਭਾਰਤੀ ਜਨਤਾ ਪਾਰਟੀ ਨਾਲ ਸਖਤ ਮੁਕਾਬਲਾ ਹੈ। ਭਾਰਤੀ ਜਨਤਾ ਪਾਰਟੀ ਉਹਨਾਂ ਦੇ ਕਾਫੀ ਸਾਰੇ ਐਮਐਲਏ ਖਿੱਚ ਕੇ ਲੈ ਗਈ ਹੈ। ਬਿਠਨ ਚੱਕਰਵਰਤੀ ਵੀ ਸ਼ਾਮਲ ਹੋਏ ਨੇ ਪਰ ਪਤਾ ਨਹੀਂ ਉਹਨਾਂ ਨੇ ਕਿਹੜੀ ਗੱਲ ਆਖੀ ਕਿ ਐਮ ਪਿਓਰ ਕੋਬਰਾ ਉਹਨਾਂ ਨੇ ਡੰਗ ਕਿਸ ਨੂੰ ਤੇ ਕਿੱਥੇ ਮਾਰਨਾ ਹੈ ਕਦੋਂ ਮਾਰਨਾ ਹੈ ਤੇ ਇਹ ਹੋ ਸਕਦਾ ਇਸ਼ਾਰਾ ਭਾਜਪਾ ਨੂੰ ਹੋਵੇ। ਰਾਹੁਲ ਗਾਂਧੀ ਕਹਿੰਦੇ ਨੇ ਸਿੰਧੀਆ ਸਾਹਿਬ ਭਾਜਪਾ ਵਿੱਚ ਮੈਨੂੰ ਪਤਾ ਬੈਕ ਬੈਂਚਰ ਨੇ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਵਿਚਾਰ ਚਰਚਾ ਪ੍ਰੋਗਰਾਮ ਜਿਹੜੇ ਮੁੱਦੇ ਵਿਚਾਰਨੇ ਨੇ ਉਹਨਾਂ 'ਚ ਇੰਗਲੈਂਡ ਦੀ ਸੰਸਦ ਵਿੱਚ ਕਿਸਾਨੀ ਕੋਲ ਦੀ ਗੂੰਜ ਪਈ। ਭਾਰਤ ਦਾ ਨਾਂ ਇੱਕ ਦਿਨ ਮੋਦੀ ਹੋਵੇਗਾ, ਮਮਤਾ ਬੈਨਰਜੀ ਨੇ ਕਿਉਂ ਆਖਿਆ? ਭਗਵੰਤ ਮਾਨ ਤੇ ਨਵਜੋਤ ਸਿੱਧੂ ਵਿਚਾਲੇ ਕੀ ਖਿਚੜੀ ਪੱਕ ਰਹੀ ਹੈ? ਈਡੀ ਵਿਭਾਗ ਨੇ ਸੁਖਪਾਲ ਖਹਿਰਾ ਤੇ ਸ਼ਿਕੰਜਾ ਕਿਉਂ ਕੱਸਿਆ? ਇਹਨਾਂ ਮੁੱਦਿਆਂ ਤੋਂ ਇਲਾਵਾ ਹੋਰ ਮੁੱਦੇ ਵਿਚਾਰਾਂਗੇ ਅੱਜ ਦੇ ਮਾਹਿਰ ਮਹਿਮਾਨ ਦੇ ਨਾਲ ਤੇ ਮਾਹਿਰ ਮਹਿਮਾਨ ਦੇ ਤੌਰ ਤੇ ਕੁਲਦੀਪ ਸਿੰਘ ਹੀਰ ਜੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਕੁਲਦੀਪ ਸਿੰਘ ਹੀਰ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ। ਥੈਂਕ ਯੂ ਜੀ, ਮਿਹਰਬਾਨੀ। ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਤੇ ਕਿਸਾਨੀ ਕੋਲ ਤੋਂ ਸ਼ੁਰੂ ਕਰਦੇ ਹਾਂ ਕਿ ਹੁਣ ਰਣਨੀਤੀ ਕੀ ਚੱਲ ਰਹੀ ਹੈ ਜਾਂ ਮਾਹੌਲ ਕੀ ਚੱਲ ਰਿਹਾ ਹੈ? ਕਿਸਾਨ ਅੰਦੋਲਨ ਦੇ ਵਿੱਚ ਖਾਸ ਤੌਰ ਤੇ ਦਿੱਲੀ ਦੇ ਵਿੱਚ ਕੱਲ ਦਾ ਦਿਨ ਬਹੁਤ ਅਹਿਮ ਸੀ। ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ ਗਿਆ, ਵਿਮਨਸ ਡੇ ਸੀ ਜੀ ਤੇ ਸਟੇਜ ਦੀ ਸਾਰੀ ਜ਼ਿੰਮੇਵਾਰੀ ਸਾਰੇ ਦਿਨ ਦੀ ਬੀਬੀਆਂ ਨੂੰ ਦਿੱਤੀ ਗਈ। ਬੀਬੀਆਂ ਨੇ ਹੀ ਸਟੇਜ ਦਾ ਸੰਚਾਲਨ ਕੀਤਾ, ਬੀਬੀਆਂ ਹੀ ਬੋਲੀਆਂ, ਬੀਬੀਆਂ ਦੇ ਹੱਕਾਂ ਤੇ ਕਿਸਾਨਾਂ ਦੇ ਹੱਕਾਂ ਤੇ ਸਾਰੀ ਗੱਲਬਾਤ ਜਿਹੜੀ ਸੀ ਉਹ ਉੱਥੇ ਹੋਈ ਹੈ। ਜੀ ਜੇ 100 ਦਿਨ ਦਾ ਅਸੀਂ ਲੇਖਾ ਜੋਖਾ ਜੋ ਕੀਤਾ ਸੀ ਤੇ ਉਸ ਤੋਂ ਬਾਅਦ ਦੇ ਹੁਣ ਜਿਹੜੇ ਦਿਨ ਨੇ ਉਸ ਤੋਂ ਬਾਅਦ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਜਦੋਂ ਕੋਈ ਖਾਸ ਦਿਨ ਹੁੰਦਾ ਹੈ ਤਾਂ ਕਿਸਾਨੀ ਅੰਦੋਲਨ ਨੂੰ ਇੱਕ ਨਵਾਂ ਰੂਪ ਰੰਗ ਜਿਹੜਾ ਮਿਲਦਾ ਹੈ। ਇਸੇ ਤਰ੍ਹਾਂ 26 ਜਨਵਰੀ ਨੂੰ ਮਿਲਿਆ ਸੀ। ਉਸ ਤੋਂ ਪਹਿਲਾਂ ਵੀ ਜਿਹੜੇ ਦਿਨ ਆਏ, ਨਵੇਂ ਸਾਲ ਦੇ ਮੌਕੇ ਤੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆਇਆ, ਇਹ ਸਾਰੇ ਜੋ ਦਿਨ ਆਏ ਸਾਰਿਆਂ ਦਿਨਾਂ ਦੇ ਮੌਕੇ ਤੇ ਕਿਸਾਨੀ ਅੰਦੋਲਨ ਦਾ ਇੱਕ ਵੱਖਰਾ ਰੰਗ ਦੇਖਣ ਨੂੰ ਮਿਲਿਆ। ਖਾਸ ਤੌਰ ਤੇ ਸੰਯੁਕਤ ਕਿਸਾਨ ਮੋਰਚਾ ਤੇ ਉਸ ਸਿੰਘੂ ਬਾਰਡਰ, ਟਿਕਰੀ ਬਾਰਡਰ ਤੇ ਗਾਜ਼ੀਪੁਰ ਬਾਰਡਰ ਤੇ ਹੁਣ ਅੰਤਰਰਾਸ਼ਟਰੀ ਔਰਤ ਦਿਵਸ ਦੇ ਸੰਬੰਧ ਦੇ ਵਿੱਚ ਇਹ ਕੱਲ ਹੋਇਆ ਉੱਥੇ ਸਾਰਾ ਕੁਝ। ਕਿਸਾਨ ਮੋਰਚਾ ਭਖਿਆ ਹੋਇਆ। ਥੋੜਾ ਜਿਹਾ ਫਰਕ ਜਿਹੜਾ ਮੈਂ ਦੱਸਦਾ, ਜੋ ਪ੍ਰਤੱਖ ਗਵਾਹ ਨੇ ਉੱਥੇ ਦੇ ਉਹਨਾਂ ਮੁਤਾਬਕ ਇਹ ਕਿਸਾਨ ਆਗੂ ਨਾਲ ਮੇਰੀ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਰੌਣਕ ਘਟੀ ਹੋਈ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਇਹ ਕੁਝ ਦਿਨ ਪਹਿਲਾਂ ਦੀ ਗੱਲ ਹੈ। ਰੌਣਕ ਘਟੀ ਹੋਈ। ਹੁਣ ਪਹਿਲਾਂ ਤਾਂ ਮਾਹੌਲ ਇਹ ਸੀ ਕਿ ਹਰ ਇੱਕ ਬੱਚੇ ਦੇ, ਹਰ ਇੱਕ ਬਜ਼ੁਰਗ ਦੇ, ਹਰ ਇੱਕ ਬੀਬੀਆਂ ਦੇ ਜ਼ੁਬਾਨ ਤੇ ਇਹ ਗੱਲ ਸੀ ਕਿ ਅਸੀਂ ਵੀ ਜਾਣਾ ਹੈ, ਅਸੀਂ ਜਾ ਕੇ ਆਏ ਹਾਂ, ਅਸੀਂ 3 ਦਿਨ ਲਾ ਕੇ ਆਏ, 4 ਦਿਨ ਲਾ ਕੇ, ਅਸੀਂ 2 ਵਾਰੀ ਗਏ ਹਾਂ, 3 ਵਾਰੀ ਗਏ, 4 ਵਾਰੀ ਗਏ ਹਾਂ ਤੇ ਅਸੀਂ ਫਿਰ ਜਾਣਾ ਹੈ। 26 ਜਨਵਰੀ ਤੋਂ ਬਾਅਦ ਥੋੜਾ ਮੱਠਾ ਪਿਆ ਸੀ ਕੰਮ, ਮੌਸਮ ਵਿੱਚ ਵੀ ਬਦਲਾਅ ਆਇਆ, ਕੰਮ ਦੇ ਰੁਝੇਵੇਂ ਵੀ ਹੋਰ ਤਰ੍ਹਾਂ ਦੇ ਵੱਧ ਗਏ। ਪੰਜਾਬੀ ਕਾਮੇ ਵੀ ਨੇ, ਮਿਹਨਤੀ ਵੀ ਨੇ, ਵਿਹਲੇ ਤਾਂ ਨਹੀਂ ਹਨ ਪੰਜਾਬੀ, ਵੇਲ ਕੱਢ ਕੇ ਗਏ ਹੋਏ ਨੇ, ਆਪਣਾ ਸਮਾਂ ਗਵਾ ਕੇ ਫਸਲਾਂ ਦਾ ਨੁਕਸਾਨ ਕਰਵਾ ਕੇ, ਆਪਣੇ ਘਰ ਦਾ ਨੁਕਸਾਨ ਕਰਵਾ ਕੇ, ਪੈਸੇ ਪੱਲਿਓਂ ਖਰਚ ਕੇ ਉੱਥੇ ਬੈਠੇ ਹੋਏ ਨੇ। ਸੋ ਬੈਠੇ ਨੇ, ਪਰ ਇਸ ਵੇਲੇ ਜਿਹੜੀ ਗਿਣਤੀ ਹੈ ਉਹ ਕੁਝ ਚੋਣਵੇਂ ਲੋਕਾਂ ਦੀ ਜਿਹੜੀ ਆ, ਖਾਸ ਤੌਰ ਤੇ ਸਿੰਸੀਅਰ ਲੋਕਾਂ ਦੀ ਆ, ਉਹ ਵਧੀ ਆ ਉੱਥੇ। ਇੱਕ ਪ੍ਰਤੱਖ ਗਵਾਹ ਨੇ ਦੱਸਿਆ ਕਿ ਜੋ ਆਮ ਲੋਕ ਜਾਂਦੇ ਸਨ, ਖਾਸ ਤੌਰ ਤੇ ਮੀਡੀਆ ਦੀ ਨਜ਼ਰ ਜੋ ਹੁੰਦੀ ਹੈ, ਜੋ ਸਾਡਾ ਕੇਂਦਰੀ ਮੀਡੀਆ ਹੈ ਜਾਂ ਆਮ ਸੋਸ਼ਲ ਮੀਡੀਆ ਨਾਲ ਸੰਬੰਧਿਤ ਜਿਹੜੇ ਚੈਨਲਸ ਹਨ, ਜਾਂ ਇਹਨਾਂ ਦੀ ਨਿਗਾਹ ਜਿਹੜੀ ਹੁੰਦੀ ਸੀ ਪ੍ਰੋਮੀਨੈਂਟ ਲੋਕਾਂ ਤੇ ਪੈਂਦੀ ਸੀ ਕਿ ਇਹਨਾਂ ਨੂੰ ਫੜੀਏ, ਇਹਨਾਂ ਦੀ ਇੰਟਰਵਿਊ ਕਰੀਏ, ਇਹਨਾਂ ਤੋਂ ਸਵਾਲ ਜਵਾਬ ਪੁੱਛੀਏ, ਇਹ ਕੀ ਕਹਿਣਾ ਚਾਹੁੰਦੇ ਨੇ ਤੇ ਕਿਸ ਤਰ੍ਹਾਂ ਆਏ ਨੇ। ਕਲਾਕਾਰ ਬਹੁਤ ਜ਼ਿਆਦਾ ਜਾਂਦੇ ਸਨ, ਇੱਕ ਸਮਾਂ ਸੀ, ਕਲਾਕਾਰ, ਖਿਡਾਰੀ, ਸਮਾਜ ਸੇਵੀ, ਲੇਖਕ, ਸ਼ਾਇਰ ਸਾਰੇ ਜਾਂਦੇ ਸਨ, ਪੱਤਰਕਾਰ ਵੀ ਗਏ ਤੇ ਉਹਨਾਂ ਨੂੰ ਫੜ ਕੇ ਤੇ ਸਾਰੇ ਦੀ ਇੰਟਰਵਿਊ ਕੀਤੀ ਗਈ। ਹੁਣ ਉਹ ਲੋਕ ਥੋੜੇ ਜਿਹੇ ਘਟੇ ਹੋਏ ਨੇ। ਘਟਣ ਦੀ ਵਜ੍ਹਾ ਖਾਸ ਕੀ ਹੈ? ਇਹ 2-3 ਗੱਲਾਂ ਨੇ। ਇੱਕ ਤੇ ਲੋਕਡਾਊਨ ਵਗੈਰਾ ਮੁਕੰਮਲ ਤੌਰ ਤੇ ਖਤਮ ਹੋ ਗਿਆ, ਪ੍ਰੋਗਰਾਮ ਵਗੈਰਾ ਦੁਬਾਰਾ ਚੱਲ ਪਏ, ਵਿਆਹਾਂ ਦੀ ਖੁੱਲ੍ਹ ਮਿਲ ਗਈ, ਕਲਾਕਾਰ ਤੇ ਬਿਜ਼ੀ ਵੀ ਹੋ ਗਏ, ਸ਼ੂਟਿੰਗ ਸ਼ਾਟਿੰਗ ਦੁਬਾਰਾ ਸ਼ੁਰੂ ਹੋ ਗਈ, ਸਕੂਲ ਵੀ ਖੁੱਲ੍ਹ ਗਏ, ਬੱਚੇ ਵੀ ਬਿਜ਼ੀ ਹੋ ਗਏ, ਜਿਹੜਾ ਅਧਿਆਪਕ ਵਰਗ ਸੀ ਉਹ ਵੀ ਬਿਜ਼ੀ ਹੋ ਗਿਆ, ਸਾਰੇ ਬਿਜ਼ੀ ਨੇ ਆਪੋ ਆਪਣੇ ਥਾਂ ਹੀ। ਪਰ ਅਜੇ ਵੀ ਬਹੁਤ ਸਿੰਸੀਅਰ ਲੋਕਾਂ ਦੀ ਵੱਡੀ ਗਿਣਤੀ ਹੈ ਤੇ ਵੱਡੇ ਪੱਧਰ ਤੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੀ ਜੇ ਨਿਗਾਹ ਮਾਰੀ ਜਾਵੇ ਤੇ ਜਿਸ ਦਿਨ KMP ਹਾਈਵੇ ਬੰਦ ਕੀਤਾ ਗਿਆ ਸੀ ਉਸ ਦਿਨ ਸਟੇਜ ਖਾਲੀ ਨਜ਼ਰ ਆਈ ਸੀ। ਉਸ ਤੋਂ ਬਾਅਦ ਫੇਰ ਰੋਜ਼ਾਨਾ ਸਟੇਜ ਭਰੀ ਹੁੰਦੀ ਹੈ, ਲਾਈਵ ਪ੍ਰਸਾਰਨ ਵੀ ਉੱਥੋਂ ਚੱਲਦੇ ਨੇ। ਸੋ ਉੱਥੇ ਦਾ ਹਾਲ ਇਹ ਹੈ। ਗਾਜ਼ੀਪੁਰ ਦੇ ਸਬੰਧ ਦੇ ਵਿੱਚ ਰਕੇਸ਼ ਟਕੈਤ, ਜਿਵੇਂ ਪਹਿਲਾਂ ਦੱਸਿਆ ਸੀ ਕਿ ਸੰਯੁਕਤ ਕਿਸਾਨ ਮੋਰਚੇ ਨਾਲੋਂ ਥੋੜਾ ਜਿਹਾ ਅਲੱਗ ਪੈਂਤੜਾ ਉਹਨਾਂ ਦਾ ਰਿਹਾ ਸ਼ੁਰੂ ਤੋਂ। ਹਾਲਾਂਕਿ ਇਹ ਨਹੀਂ ਕਿ ਕੋਈ ਮੁੱਦਾ ਵੱਖਰਾ ਹੈ, ਉਹਨਾਂ ਦਾ ਤਰੀਕਾ ਵੱਖਰਾ ਹੈ।
ਉਹਨਾਂ ਨੇ ਪੂਰੇ ਭਾਰਤ ਵਿੱਚ ਘੁੰਮ ਕੇ ਜਿਹੜਾ ਐਲਾਨ ਕੀਤਾ ਹੋਇਆ ਕਿ ਅਸੀਂ ਮਹਾਂ ਪੰਚਾਇਤਾਂ ਤੇ ਹੋਰ ਜਿਹੜੀਆਂ ਪੰਚਾਇਤਾਂ ਨੇ ਉਹ ਕਰਨੀਆਂ ਨੇ, ਰੈਲੀਆਂ ਕਰਨੀਆਂ ਨੇ ਜੀ। ਉਹਨਾਂ ਨੇ ਰਾਜਸਥਾਨ ਵਿੱਚ ਵੀ ਕੀਤੀਆਂ, ਹਰਿਆਣੇ ਵਿੱਚ ਵੀ ਕੀਤੀਆਂ, ਉੱਤਰਾਖੰਡ 'ਚ ਵੀ ਕੀਤੀਆਂ ਜੀ। ਯੂਪੀ ਵਿੱਚ ਵੀ, ਤੇ ਹੁਣ ਮੱਧ ਪ੍ਰਦੇਸ਼ ਵੱਲ ਨੂੰ ਉਹਨਾਂ ਨੇ ਰੁਖ ਕਰ ਲਿਆ ਜੀ। ਤੇ ਧਮਕੀਆਂ ਵੀ ਦਿੰਦੇ ਪਏ ਨੇ ਕਿ ਅਸੀਂ ਬੰਗਾਲ ਵੀ ਜਾਣਾ ਹੈ ਤੇ ਜਾਵਾਂਗੇ। ਜੀ। ਸੋ ਇਸ ਤਰ੍ਹਾਂ ਦਾ ਪੈਂਤੜਾ, ਇਸ ਤਰ੍ਹਾਂ ਦਾ ਹਾਲਾਤ ਜਿਹੜੇ ਨੇ ਚੱਲ ਰਹੇ ਨੇ। ਜੀ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਫਿਰ ਗੱਲ ਦੁਹਰਾਈ ਹੈ ਕਿ ਅਸੀਂ ਇਸ ਤੇ ਇਹ ਜਿਹੜਾ 1.5 ਸਾਲ ਵਾਲਾ ਜਾਂ 2 ਸਾਲ ਵਾਲਾ ਮੁੱਦਾ, ਇਸ ਤੇ ਅਸੀਂ ਵਿਚਾਰ ਨਹੀਂ ਕਰ ਰਹੇ, ਅਸੀਂ ਰੱਦ ਹੀ ਕਰਵਾਉਣੇ ਨੇ ਕਾਨੂੰਨ। ਜੀ। ਕੇਂਦਰ ਵੀ ਅੜਿਆ ਹੋਇਆ ਤੇ ਕਿਸਾਨ ਵੀ ਅੜੇ ਹੋਏ ਨੇ, ਅਜੇ ਡੈਡਲੌਕ ਜਾਰੀ ਹੈ। ਜੀ। ਤੇ ਡੈਡਲੌਕ ਇਹ ਕਦੋਂ ਟੁੱਟੇਗਾ ਇਹਦੇ ਬਾਰੇ ਤਾਂ ਨਹੀਂ ਪਤਾ, ਪਰ ਇੰਗਲੈਂਡ ਦੀ ਸੰਸਦ ਵਿੱਚ ਕਿਸਾਨੀ ਘੋਲ ਦੀ ਗੂੰਜ ਪਈ ਹੈ। ਕੀ ਬੋਲੇ ਉੱਥੋਂ ਦੇ ਸੰਸਦ ਮੈਂਬਰ? ਇੱਕ ਗੁਰਚਰਨ ਸਿੰਘ ਨਾਂ ਦੇ ਇੱਕ ਵਿਅਕਤੀ ਵੱਲੋਂ ਪਟੀਸ਼ਨ ਪਾਈ ਗਈ ਸੀ। ਜੀ। ਉਸਨੇ ਕਿਹਾ ਸੀ ਕਿ ਇਸ ਮੁੱਦੇ ਤੇ ਇੰਗਲੈਂਡ ਦੀ ਸੰਸਦ ਦੇ ਵਿੱਚ ਬਹਿਸ ਹੋਣੀ ਚਾਹੀਦੀ ਹੈ। ਹਾਊਸ ਆਫ ਕਾਮਨਸ ਦੇ ਵਿੱਚ ਬਹਿਸ ਹੋਈ ਹੈ। ਉਸ ਦੇ ਵਿੱਚ ਬਹਿਸ ਦੇ ਦੌਰਾਨ ਆਪੋ ਆਪਣੇ ਪੱਖ ਜਿਹੜੇ ਨੇ ਪੇਸ਼ ਕੀਤੇ ਨੇ। ਜਿਨ੍ਹਾਂ ਮੁੱਦਿਆਂ ਤੇ ਚਿੰਤਾ ਪ੍ਰਗਟਾਈ ਗਈ ਆ ਉਹਨਾਂ ਵਿੱਚ ਅੰਦੋਲਨਕਾਰੀਆਂ ਤੇ ਸਖਤੀ, ਉਹਨਾਂ ਦੀ ਸੁਰੱਖਿਆ, ਹੰਝੂ ਗੈਸ, ਪਾਣੀ ਦੀਆਂ ਵਿਛਾੜਾਂ ਤੇ ਪ੍ਰੈਸ ਦੀ ਆਜ਼ਾਦੀ ਦੇ ਮੁੱਦੇ ਤੇ ਜਿਹੜੇ ਗੰਭੀਰ ਸਵਾਲ ਸੀ ਇਹ ਉਠਾਏ ਗਏ ਨੇ। ਜੀ। ਔਰ ਸਕੌਟਿਸ਼ ਪਾਰਟੀ ਦੇ ਆਗੂ ਨੇ ਮਾਰਟਿਨ ਡੇ, ਉਹ ਬੋਲੇ ਨੇ। ਧਰਮਜੀਤ ਸਿੰਘ ਢੇਸੀ ਸਲੋਹ ਤੋਂ ਮੈਂਬਰ ਪਾਰਲੀਮੈਂਟ ਨੇ, ਉਹ ਪੰਜਾਬੀ ਮੂਲ ਦੇ ਨੇ, ਭਾਰਤੀ ਮੂਲ ਦੇ ਨੇ, ਸਿੱਖ ਨੇ, ਬੋਲੇ ਨੇ। ਵਰਿੰਦਰ ਸ਼ਰਮਾ ਜੀ ਬੋਲੇ ਨੇ। ਉਹਨਾਂ ਨੇ ਨਿੰਦਾ ਕੀਤੀ ਇਸ ਗੱਲ ਦੀ ਕਿ ਇੰਨੀ ਸਖਤੀ ਵਰਤੀ ਜਾਣੀ ਕਿਸਾਨਾਂ ਦੇ ਉੱਪਰ, ਖਾਸ ਤੌਰ ਤੇ ਔਰਤਾਂ ਤੇ ਬੱਚਿਆਂ ਦੇ ਉੱਪਰ, ਇਹ ਠੀਕ ਨਹੀਂ। ਤੇ ਪ੍ਰੈਸ ਦੀ ਆਜ਼ਾਦੀ ਦੇ ਉੱਪਰ ਜਿਹੜਾ ਸ਼ਿਕੰਜਾ ਕੱਸਿਆ ਜਾ ਰਿਹਾ, ਇਹ ਬਿਲਕੁਲ ਵੀ ਠੀਕ ਨਹੀਂ। ਸੋ ਇੰਗਲੈਂਡ ਦੀ ਸੰਸਦ ਦੇ ਵਿੱਚ ਹੋਰ ਬਹੁਤ ਸਾਰੇ ਆਗੂ ਬੋਲੇ ਨੇ। ਇਹ ਕੋਈ ਇਸ ਤੇ ਕੋਈ ਇਸ ਤਰ੍ਹਾਂ ਦਾ ਫੈਸਲਾ ਨਹੀਂ ਲਿਆ ਗਿਆ ਕਿ ਅਸੀਂ ਆਹ ਕਰਨਾ ਹੈ ਜਾਂ ਨਹੀਂ ਕਰਨਾ ਹੈ, ਲੇਕਿਨ ਭਾਰਤ ਵਿੱਚ ਜਮਹੂਰੀ ਕਦਰਾਂ ਕੀਮਤਾਂ ਦੇ ਹੋ ਰਹੇ ਘਾਣ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਜਿਹੜਾ ਸੀ ਉਹ ਕੀਤਾ ਗਿਆ। ਜੀ। ਤੇ ਕੁਲਦੀਪ ਜੀ, ਇੱਥੇ ਰੋਕਣੀਆਂ ਚਾਹੁੰਦੀ ਹਾਂ ਤੁਹਾਨੂੰ ਕਿ ਉਹਨਾਂ ਨੇ ਜਿਹੜੀ ਚਿੰਤਾ ਪ੍ਰਗਟਾਈ ਹੈ ਉਹਦਾ ਅਸਰ ਭਾਰਤ 'ਚ ਕੁਝ ਨਜ਼ਰ ਆਏਗਾ, ਤੁਹਾਨੂੰ ਲੱਗਦਾ ਹੈ ਇੰਜ ਕੋਈ? ਭਾਰਤ ਦੇ ਵਿੱਚ ਤਾਂ ਨਹੀਂ, ਭਾਰਤ ਦੇ ਵਿੱਚ ਸਰਕਾਰ ਤੇ ਜ਼ਰੂਰ ਅਸਰ ਹੋਇਆ। ਜੀ। ਤੁਹਾਨੂੰ ਯਾਦ ਹੋਵੇਗਾ ਕਿ ਕੈਨੇਡਾ ਦੇ ਵਿੱਚ ਜਦੋਂ ਜਸਟਿਨ ਟਰੂਡੋ ਨੇ ਗੱਲ ਕੀਤੀ ਸੀ ਤੇ ਕਿਸ ਤਰ੍ਹਾਂ ਬੁਖਲਾਹਟ ਦੇ ਵਿੱਚ ਆ ਕੇ ਸਾਡੇ ਸਾਰੇ ਮੰਤਰੀ ਬੋਲੇ, ਕੇਂਦਰ ਸਰਕਾਰ ਬੋਲੀ ਕਿ ਤੁਹਾਡਾ ਕੀ ਕੰਮ ਹੈ। ਹੁਣ ਇੰਗਲੈਂਡ ਨਾਲ ਰਿਸ਼ਤਾ ਕੁਝ ਹੋਰ ਤਰ੍ਹਾਂ ਦਾ ਬ੍ਰਿਟਨ ਦੇ ਨਾਲ, ਉੱਥੇ ਇਸ ਤਰ੍ਹਾਂ ਤਾਂ ਨਹੀਂ ਬੋਲ ਸਕਦੇ, ਪਰ ਹਾਈ ਕਮਿਸ਼ਨਰ ਦੇ ਥਰੂ ਇਤਰਾਜ਼ ਜ਼ਰੂਰ ਪ੍ਰਗਟ ਕੀਤਾ ਗਿਆ। ਕੀ ਕਿਹਾ ਗਿਆ ਕਿ ਇੱਕ ਪਾਸੜ ਗੱਲਬਾਤ ਹੈ ਜਿਹੜੀ ਕੀਤੀ ਗਈ ਆ, ਗਲਤ ਤੱਥ ਪੇਸ਼ ਕੀਤੇ ਗਏ ਨੇ ਤੇ ਝੂਠੇ ਇਲਜ਼ਾਮ ਭਾਰਤ ਸਰਕਾਰ ਤੇ ਲਾਏ ਜਾ ਰਹੇ ਨੇ। ਹੁਣ ਇੱਕ ਪਾਸੜ ਗੱਲ ਤੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਜਾਂ ਭਾਰਤ ਸਰਕਾਰ ਦਾ ਜਿਹੜਾ ਮੁੱਦਾ ਹੈ ਜਾਂ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਤੇ ਇੱਕ ਪਾਸੜ ਗੱਲ ਕਿ ਭਾਵ ਕਿਸਾਨਾਂ ਦੀ ਜਾਂ ਕਿਸੇ ਹੋਰ ਦੀ ਜਾਂ ਮੁਜ਼ਾਹਰਾਕਾਰੀਆਂ ਜਾਂ ਅੰਦੋਲਨਕਾਰੀਆਂ ਦੀ, ਜੇ ਨਰਿੰਦਰ ਮੋਦੀ ਦੀ ਜ਼ੁਬਾਨ ਦੇ ਵਿੱਚ ਕਹਿ ਲਈ ਤੇ ਅੰਦੋਲਨ ਜੀਵੀਆਂ ਦੀ ਗੱਲ ਕੀਤੀ ਗਈ ਹੈ। ਹੁਣ ਇਹ ਗੱਲ ਕੀਤੀ ਗਈ ਤੇ ਹਾਈ ਕਮਿਸ਼ਨਰ ਨੇ ਜਵਾਬ ਜਿਹੜਾ ਉਸ ਬਹਿਸ ਦਾ, ਭਾਰਤ ਸਰਕਾਰ ਦਾ ਜਵਾਬ ਹੀ ਹੁੰਦਾ ਹੈ। ਉਹ ਹਾਈ ਕਮਿਸ਼ਨਰ ਆਪਣੇ ਤੌਰ ਤੇ ਸ਼ਾਇਦ ਕਦੀ ਕੋਈ ਜਵਾਬ ਨਹੀਂ ਦਿੰਦਾ, ਕਿਉਂਕਿ ਉਹ ਦੇਸ਼ ਨੂੰ ਹੀ ਰਿਪਰੈਜ਼ੈਂਟ ਕਰਦਾ, ਦੂਸਰੇ ਦੇਸ਼ ਦੇ ਵਿੱਚ ਜਾ ਕੇ ਡਿਪਲੋਮੈਟ ਹੁੰਦਾ ਹੈ। ਉਹ ਭਾਰਤ ਸਰਕਾਰ ਦੇ ਕਹੇ ਹੋਏ ਤੇ ਉਹਨਾਂ ਨੇ ਜਿਹੜੇ ਬਿਆਨ ਦਿੱਤੇ ਨੇ ਉਹ ਮੈਂ ਤੁਹਾਨੂੰ ਦੱਸੇ ਨੇ ਕਿ ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ ਕਿ ਇਹ ਇਸ ਤਰ੍ਹਾਂ ਬਹਿਸ ਨਹੀਂ ਹੋਣੀ ਚਾਹੀਦੀ। ਇਸ ਨਾਲ ਅਜਿਹੀਆਂ ਝੂਠੀਆਂ ਗੱਲਾਂ ਕਰਕੇ ਭਾਰਤ ਦੀ ਜੋ ਜਮਹੂਰੀ ਰਵਾਇਤ ਹੈ, ਲੋਕਤੰਤਰੀ ਰਵਾਇਤਾਂ ਨੇ, ਲੋਕਤੰਤਰੀ ਸਾਡਾ ਰਿਕਾਰਡ ਹੈ, ਡੈਮੋਕ੍ਰੇਸੀ ਦਾ ਸਾਡਾ ਰਿਕਾਰਡ ਹੈ ਭਾਰਤ ਦਾ, ਉਸ ਨੂੰ ਢਾਹ ਲੱਗੇਗੀ ਤੇ ਢਾਹ ਲੱਗ ਰਹੀ ਹੈ। ਸੋ ਉਹ ਬੋਲੇ ਨੇ। ਸੋ ਇਸ ਦਾ ਸਿੱਧਾ ਅਸਰ ਭਾਰਤ ਦੇ ਵਿੱਚ ਕੀ ਹੋਵੇਗਾ? ਜ਼ਾਹਿਰਾ ਤੌਰ ਤੇ ਦਬਾਅ ਜ਼ਰੂਰ ਪਏਗਾ, ਕਿਤੇ ਨਾ ਕਿਤੇ ਸਰਕਾਰ ਜਵਾਬ ਦੇ ਜ਼ਰੂਰ ਉਹਨਾਂ ਨੂੰ ਹੋਣਾ ਪੈ ਸਕਦਾ ਹੈ। ਹਾਲ ਦੀ ਘੜੀ ਕੁਝ ਨਹੀਂ, ਬਹੁਤ ਵੱਡੀ ਮੈਜੋਰਟੀ ਹੈ ਭਾਰਤੀ ਜਨਤਾ ਪਾਰਟੀ ਦੇ ਕੋਲ, ਤੇ ਇੱਕ ਤੋਂ ਬਾਅਦ ਇੱਕ ਜਿਹੜੇ ਠੋਸ ਫੈਸਲੇ ਨੇ, ਇੱਕ ਪਾਸੜ ਫੈਸਲੇ ਨੇ, ਉਹ ਕੇਂਦਰ ਸਰਕਾਰ ਲੈਂਦੀ ਜਾ ਰਹੀ ਹੈ ਔਰ ਉਹਨਾਂ ਨੂੰ ਰੋਕਣ ਵਾਲਾ ਹਾਲ ਦੀ ਘੜੀ ਕੋਈ ਨਹੀਂ। ਬਰਤਾਨੀਆ ਵੱਲੋਂ ਥੋੜਾ ਜਿਹਾ ਇਸ ਪ੍ਰਤੀ ਇਸ ਤਰ੍ਹਾਂ ਚਿੰਤਾ ਦਾ ਪ੍ਰਗਟਾਵਾ ਕਰਨਾ, ਹੋਰ ਕਈ ਉਹਨਾਂ ਦੇ ਮੈਂਬਰ ਪਾਰਲੀਮੈਂਟਾਂ ਦਾ ਬੋਲਣਾ, ਵੱਖ-ਵੱਖ ਮੂਲਦਿਆਂ ਦਾ ਬੋਲਣਾ, ਉੱਥੇ ਦੇ ਲੋਕਲ ਜਿਹੜੇ ਮੂਲ ਵਾਸੀ ਨੇ ਉਹਨਾਂ ਦਾ ਬੋਲਣਾ, ਔਰ ਉਹ ਵਾਕਈ ਇਹਨਾਂ ਨੂੰ ਥੋੜਾ ਜਿਹਾ ਚਿੰਤਾ ਦਾ ਪ੍ਰਗਟਾਵਾ ਤਾਂ ਹੋਵੇਗਾ। ਤੇ ਇਸ ਵੇਲੇ ਮਮਤਾ ਬੈਨਰਜੀ ਨੂੰ ਕੋਈ ਚਿੰਤਾ ਸਤਾ ਰਹੀ ਹੈ ਕਿਉਂਕਿ ਉਹਦੇ ਬਹੁਤ ਸਾਰੇ ਸਾਥੀ ਉਹਦਾ ਸਾਥ ਛੱਡ ਕੇ ਭਾਜਪਾ ਦਾ ਪੱਲਾ ਫੜ ਰਹੇ ਨੇ। ਇਹ ਗਿਣਤੀ ਲਗਾਤਾਰ ਵੱਧ ਕਿਉਂ ਰਹੀ ਹੈ? 294 ਸੀਟਾਂ ਨੇ ਬੰਗਾਲ ਦੇ ਵਿੱਚ। ਬੰਗਾਲ ਦੇ ਵਿੱਚ ਆਲ ਇੰਡੀਆ ਤ੍ਰਿਣਮੂਲ ਕਾਂਗਰਸ AITC ਜਿਹੜੀ ਹੈ ਉਹਦੇ ਕੋਲ ਇਸ ਵੇਲੇ ਤਕਰੀਬਨ 202 ਕੁ ਸੀਟਾਂ ਨੇ। 211 ਸਨ ਜਦੋਂ ਸਰਕਾਰ ਬਣੀ ਸੀ ਉਹਨਾਂ ਦੀ, ਅੱਜ ਤੋਂ 5 ਸਾਲ ਪਹਿਲਾਂ। ਤੇ 8 ਗੇੜਾਂ ਦੇ ਵਿੱਚ ਵੋਟਾਂ ਹੋਣੀਆਂ ਨੇ। 8 ਗੇੜਾਂ ਦੇ ਬਾਰੇ ਮੈਂ ਪਹਿਲਾਂ ਤਾਂ ਇਹ ਦੱਸ ਦੇਵਾਂ ਕਿ ਵੱਡੀ ਸਟੇਟ ਹੈ, ਫਿਰ ਵੀ ਉੱਥੇ 8 ਗੇੜਾਂ ਦੇ ਵਿੱਚ
ਵੋਟਾਂ ਕਰਵਾਉਣ ਦੇ ਫੈਸਲੇ ਤੇ ਕਈ ਧਿਰਾਂ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਮਮਤਾ ਬੈਨਰਜੀ ਵੀ ਸੀ। ਜੀ, ਸੁਪਰੀਮ ਕੋਰਟ 'ਚ ਪਟੀਸ਼ਨ ਵੀ ਸ਼ਾਇਦ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਹੈ, ਜਿਸ ਨੂੰ ਪਟੀਸ਼ਨ ਨੂੰ ਚੋਣ ਕਮਿਸ਼ਨ ਦੇ ਇਸ ਫੈਸਲੇ ਦੇ ਵਿਰੁੱਧ ਪਟੀਸ਼ਨ ਪਾਈ ਗਈ ਸੀ ਕਿ ਇਹ 8 ਗੇੜਾਂ ਦੇ ਵਿੱਚ ਨਹੀਂ ਵੋਟਾਂ ਹੋਣੀਆਂ ਚਾਹੀਦੀਆਂ। ਉਹ ਪਟੀਸ਼ਨ ਅੱਜ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਹੈ। ਸੋ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ, ਇਹ 8 ਗੇੜਾਂ 'ਚ ਹੀ ਹੋਣਗੀਆਂ ਔਰ ਥੋੜੇ ਦਿਨਾਂ 'ਚ ਸ਼ੁਰੂ ਹੋਣਗੀਆਂ ਤੇ ਜਾ ਕੇ ਮਈ ਦੇ ਵਿੱਚ ਰਿਜ਼ਲਟ ਆਉਣੇ ਨੇ। ਲੰਬਾ ਸਮਾਂ ਇੰਤਜ਼ਾਰ ਕਰਨਾ ਪਏਗਾ। ਉੱਥੇ ਜਿਹੜੀ ਚਿੰਤਾ ਮਮਤਾ ਬੈਨਰਜੀ ਨੂੰ ਸਤਾ ਰਹੀ ਹੈ, ਇੱਕ ਤੇ ਮਮਤਾ ਬੈਨਰਜੀ ਨੇ ਇਹ ਗੱਲ ਆਖੀ ਹੈ ਕਿ ਇਟਸ ਮੀ ਵਰਸਸ ਭਾਜਪਾ, ਕਿ ਮੇਰੇ ਤੇ ਭਾਜਪਾ ਦੇ ਵਿਚਕਾਰ ਲੜਾਈ ਹੈ। ਸੋ ਉਸਨੇ ਬਾਕੀਆਂ ਨੂੰ ਤੇ ਇਸ ਦੇ ਵਿੱਚੋਂ ਬਾਹਰ ਕੱਢ ਕੇ ਰੱਖ ਦਿੱਤਾ, ਜਿਸ ਦੇ ਵਿੱਚ ਕਾਂਗਰਸ ਹੈ ਤੇ ਖੱਬੇ ਪੱਖੀ ਧਿਰ ਦੀ ਮੈਂ ਗੱਲ ਕਰਨ ਲੱਗਾ। ਖੱਬੇ ਪੱਖੀ ਧਿਰ ਜਿਸ ਨੇ ਰਿਕਾਰਡ ਲੰਬਾ ਸਮਾਂ ਰਾਜ ਕੀਤਾ ਹੈ ਉਸ ਸਟੇਟ ਦੇ ਵਿੱਚ। ਜੋਤੀ ਬਾਸੂ ਰਹੇ ਨੇ, ਏਡੇ ਵੱਡੇ ਘਾਗ ਆਗੂ ਸਨ ਔਰ ਉਹਨਾਂ ਦਾ ਮਾਣ ਸਤਿਕਾਰ ਪੂਰੀ ਦੁਨੀਆ ਦੇ ਵਿੱਚ ਸੀ, ਪਰ ਉਹ ਇਸ ਵੇਲੇ ਕਿਸੇ ਗਿਣਤੀ ਵਿੱਚ ਵੀ ਨਹੀਂ। ਕਾਂਗਰਸ ਦੇ ਨਾਲ ਉਹਨਾਂ ਦਾ ਅਲਾਇੰਸ ਹੈ CPIM ਦਾ, ਤੇ ਉਹਨਾਂ ਇੱਕ ਸਰਵੇ ਜਿਹੜਾ ਹੈ ਉਹ ਆਇਆ। ਸਰਵੇ ਦੇ ਮੁਤਾਬਕ ਉਹ ਅਸੀਂ ਬਾਅਦ ਵਿੱਚ ਗੱਲ ਕਰਾਂਗੇ, ਪਰ ਮਮਤਾ ਬੈਨਰਜੀ ਨੂੰ ਕਿਹੜੀ ਚਿੰਤਾ ਖਾ ਰਹੀ ਆ ਉਹ ਇਹ ਹੈ ਕਿ ਇੱਕਦਮ ਪਿਛਲੇ ਦਿਨਾਂ ਦੇ ਵਿੱਚ 5 ਤ੍ਰਿਣਮੂਲ ਕਾਂਗਰਸ ਦੇ ਆਗੂ ਜਿਹੜੇ ਨੇ ਉਹ ਛੱਡ ਕੇ ਤ੍ਰਿਣਮੂਲ ਕਾਂਗਰਸ ਨੂੰ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ। ਜੀ, ਤੇ ਕੁਲਦੀਪ ਜੀ ਇਸ ਮੁੱਦੇ ਤੇ ਹੋਰ ਤੁਹਾਡੇ ਕੋਲ ਵਿਸਤਾਰ ਲਵਾਂਗੇ, ਪਰ ਇਸ ਵੇਲੇ ਪ੍ਰੋਗਰਾਮ 'ਚ ਵੇਲਾ ਹੈ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਕੁਲਦੀਪ ਜੀ, ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਜਿਹੜੇ ਮੁੱਦੇ ਤੇ ਗੱਲ ਕਰ ਰਹੇ ਸੀ, ਤੁਸੀਂ ਉਹਦੇ 'ਚ ਸਰਵੇ ਦਾ ਜ਼ਿਕਰ ਕੀਤਾ। ਭਲਾ ਉਹ ਸਰਵੇ ਹੈ ਕੀ ਤੇ ਕਿਵੇਂ ਦਾ ਹੈ? ਇਹ ਵੈਸੇ ਤਾਂ ਇਹਨੂੰ ਐਗਜ਼ਿਟ ਪੋਲ ਪਹਿਲਾਂ ਕਹਿ ਦਿੱਤਾ। ਐਗਜ਼ਿਟ ਪੋਲ ਉਹ ਹੁੰਦਾ ਜਿਹੜਾ ਵੋਟਾਂ ਹੋਣ ਤੋਂ ਬਾਅਦ ਤੇ ਚੋਣ ਨਤੀਜਿਆਂ ਦੇ ਆਉਣ ਤੋਂ ਪਹਿਲਾਂ ਜਿਹੜਾ ਕਰਵਾਇਆ ਜਾਂਦਾ, ਪਰ ਇਹ ਪ੍ਰੀ ਪੋਲ ਸਰਵੇਖਣ ਇਸ ਨੂੰ ਕਹਿ ਸਕਦੇ ਹਾਂ। ਇੱਕ ਪ੍ਰਾਈਵੇਟ ਚੈਨਲ ਵੱਲੋਂ ਕਰਵਾਇਆ ਗਿਆ ਸਰਵੇਖਣ ਹੈ, ਹਾਲਾਂਕਿ ਇਸ ਦੀ ਮਨਾਹੀ ਹੈ, ਪਰ ਹੋ ਸਕਦਾ ਸੋਸ਼ਲ ਮੀਡੀਆ ਤੇ ਜਾਂ ਇਸ ਤਰ੍ਹਾਂ ਦੀ ਕੋਈ ਮਨਾਹੀ ਨਾ ਹੋਵੇ। ਇਹ ਮਨਾਹੀ ਜਿਹੜੀ ਹੈ ਉਸ ਤੋਂ ਇੱਕ ਪਾਸੇ ਹਟਦੇ ਹੋਏ ਚੈਨਲ ਨੇ ਜਿਹੜਾ ਸਰਵੇਖਣ ਕੀਤਾ, ਉਸ ਮੁਤਾਬਕ ਦੱਸਿਆ ਗਿਆ ਕਿ ਸਰਕਾਰ ਇੱਕ ਵਾਰੀ ਫਿਰ ਤ੍ਰਿਣਮੂਲ ਕਾਂਗਰਸ ਦੀ ਹੀ ਬਣ ਜਾ ਰਹੀ ਹੈ ਬੰਗਾਲ ਦੇ ਵਿੱਚ। ਉਹਨਾਂ ਨੂੰ ਤਕਰੀਬਨ ਪਿਛਲੀ ਵਾਰੀ ਨਾਲੋਂ 50 ਸੀਟਾਂ ਤੋਂ ਵੱਧ ਦਾ ਨੁਕਸਾਨ ਦੱਸਿਆ ਗਿਆ। 154-55 ਸੀਟਾਂ ਮਿਲ ਸਕਦੀਆਂ ਨੇ, ਇਹ ਸਰਵੇਖਣ ਹੈ। ਤੇ ਭਾਜਪਾ ਦੀ ਸੀਟਾਂ ਦੀ ਗਿਣਤੀ ਬਹੁਤ ਵਧੇਗੀ। ਉਹਨਾਂ ਦੀਆਂ ਤੇ ਉਹਨਾਂ ਦੇ ਸਹਿਯੋਗੀਆਂ ਦੀਆਂ ਪਿਛਲੀ ਵਾਰੀ ਅਗਰ ਡਿਫੈਕਟਡ MLA ਜਿਹੜੇ ਪਾ ਦਿੱਤੇ ਜਾਣ ਤੇ 34 ਕੋ ਉਹਨਾਂ ਦੇ ਜਿਹੜੇ ਮੈਂਬਰ ਨੇ MLA ਨੇ, ਆਪਣੇ ਤਾਂ ਬਹੁਤ ਥੋੜੇ ਜਿੱਤੇ ਹੋਏ ਨੇ, ਤੇ ਉਹਨਾਂ ਦੀ ਗਿਣਤੀ 100 ਟੱਪ ਸਕਦੀ ਹੈ। ਤੇ ਇਸ ਦਾ ਮਤਲਬ ਇਹ ਹੋਇਆ ਕਿ ਜੇ ਤ੍ਰਿਣਮੂਲ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਨੂੰ ਇੰਨੀਆਂ ਸੀਟਾਂ ਮਿਲ ਸਕਦੀਆਂ ਨੇ ਸਰਵੇਖਣ ਮੁਤਾਬਕ, ਤੇ ਫਿਰ ਕਾਂਗਰਸ ਤੇ ਖੱਬੇ ਪੱਖੀਆਂ ਦਾ ਹਾਲਤ ਅੱਗੇ ਨਾਲੋਂ ਵੀ ਪਤਲੀ ਹੋ ਸਕਦੀ ਹੈ। ਸੋ ਉਹਨਾਂ ਦੇ ਕੋਲ ਬਚਣਾ ਕੁਝ ਨਹੀਂ ਹੈ। ਜੋ ਤ੍ਰਿਣਮੂਲ ਕਾਂਗਰਸ ਦਾ ਨੁਕਸਾਨ ਹੋਵੇਗਾ ਸਾਰਾ ਭਾਜਪਾ ਨੂੰ ਜਾਂਦਾ ਦਿਸ ਰਿਹਾ ਸਰਵੇਖਣਾਂ ਦੇ। ਤੇ ਗੱਲ ਤੁਸੀਂ ਸਰਵੇਖਣਾਂ ਦੀ ਕਰ ਲਈ ਹੈ, ਤੇ ਮੈਨੂੰ ਲੱਗਦਾ ਹੈ ਕਿ ਮਮਤਾ ਬੈਨਰਜੀ ਦੂਜੇ ਪਾਸੇ ਕੁਝ ਬੋਲ ਰਹੀ ਹੈ। ਉਹਨੂੰ ਲੱਗਦਾ ਹੈ ਕਿ ਭਾਰਤ ਦਾ ਭਵਿੱਖ ਵਿੱਚ ਨਾ ਮੋਦੀ ਹੋ ਸਕਦਾ ਹੈ, ਤੇ ਮਮਤਾ ਨੂੰ ਭਲਾਈ ਕਿਉਂ ਆਖਣਾ ਪਿਆ? ਵੈਸੇ ਮਮਤਾ ਬੈਨਰਜੀ ਨੇ ਜਿਹੜਾ ਬਿਆਨ ਦਿੱਤਾ ਹੈ, ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਨਰਿੰਦਰ ਮੋਦੀ ਨੂੰ ਉਹਨਾਂ ਨੇ ਸਿੱਧਾ ਅਟੈਕ ਕੀਤਾ ਹੈ, ਕਿਉਂਕਿ ਨਰਿੰਦਰ ਮੋਦੀ ਨੇ ਸਿੱਧਾ ਉਹਨਾਂ ਤੇ ਅਟੈਕ ਕੀਤਾ ਸੀ ਕੁਝ ਦਿਨ ਪਹਿਲਾਂ। ਮਮਤਾ ਬੈਨਰਜੀ ਨੂੰ ਉਹਨਾਂ ਨੇ ਜੋ ਉਹਨਾਂ ਨੇ ਸਕੂਟਰ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਗੱਲ ਨੂੰ ਲੈ ਕੇ ਭੰਡਿਆ, ਤੇ ਔਰਤਾਂ ਦੇ ਹਾਲਾਤਾਂ ਬਾਰੇ ਬੰਗਾਲ ਦੇ ਵਿੱਚ ਗੱਲ ਕੀਤੀ ਕਿ ਉੱਥੇ ਤੇ ਔਰਤਾਂ ਦੇ ਹਾਲਾਤ ਬਹੁਤ ਮਾੜੇ ਨੇ ਤੇ ਤੁਸੀਂ ਕੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਤੇ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਕਿ ਮੋਦੀ ਸਾਹਿਬ ਤੇ ਜਗ੍ਹਾ ਦੇ ਨਾਂ ਬਦਲਣ ਦੇ ਵਿੱਚ ਲੱਗੇ ਹੋਏ ਨੇ, ਨਰਿੰਦਰ ਮੋਦੀ ਸਟੇਡੀਅਮ ਬਣਾ ਲਿਆ ਹੈ, ਤੇ ਕੋਵਿਡ ਦਾ ਜਿਹੜਾ ਟੀਕਾ ਕਰਨ ਚੱਲ ਰਿਹਾ, ਟੀਕਾ ਦਾ ਜਿਹੜਾ ਸਰਟੀਫਿਕੇਟ ਹੈ ਉਸ ਦੇ ਉੱਪਰ ਆਪਣੀ ਫੋਟੋ ਲਵਾ ਲਈ ਹੈ, ਤੇ ਤੁਸੀਂ ਤੇ ਇੱਕ ਦਿਨ ਮੈਨੂੰ ਲੱਗਦਾ ਕਿ ਇਸ ਮੁਲਕ ਦਾ ਨਾਂ ਹੀ ਮੋਦੀਸਤਾਨ ਰੱਖ ਦੇਵੋਗੇ। ਸੋ ਉਹਨਾਂ ਨੇ ਇਹ ਗੱਲ ਕੀਤੀ ਹੈ। ਅਟੈਕ ਉਹਨਾਂ ਨੇ ਮੋਦੀ ਤੇ ਕੀਤਾ, ਪਰ ਭਾਰਤੀ ਜਨਤਾ ਪਾਰਟੀ ਨਾਲ ਸਖਤ ਮੁਕਾਬਲਾ ਹੈ। ਭਾਰਤੀ ਜਨਤਾ ਪਾਰਟੀ ਉਹਨਾਂ ਦੇ ਕਾਫੀ ਸਾਰੇ MLA ਖਿੱਚ ਕੇ ਲੈ ਗਈ ਹੈ। 80 ਸਾਲਾ ਆਗੂ ਨੇ ਦਿਨੇਸ਼ ਧਰਵੇਦੀ, ਬਹੁਤ ਸੀਨੀਅਰ ਆਗੂ, ਇੱਥੋਂ ਤੱਕ ਕਿ ਮਮਤਾ ਬੈਨਰਜੀ ਤੋਂ ਬਾਅਦ ਦੂਸਰੇ ਨੰਬਰ ਦੇ ਆਗੂ ਤ੍ਰਿਣਮੂਲ ਕਾਂਗਰਸ ਵਿੱਚ ਸਨ, ਉਹ ਕੁਝ ਦਿਨ ਪਹਿਲਾਂ ਸ਼ਾਮਲ ਹੋ ਗਏ। ਉਹ ਭਾਜਪਾ ਵਿੱਚ ਜਾ ਵੜੇ ਨੇ। ਤੇ ਹੁਣ ਜਦੋਂ ਵੋਟਾਂ ਦੀ ਗੱਲ ਹੈ ਤੇ ਮਮਤਾ ਬੈਨਰਜੀ ਵੀ ਅੜ ਗਈ ਹੈ। ਉਹ ਕਹਿੰਦੀ ਕਿ ਨੰਦੀ ਗ੍ਰਾਮ ਤੋਂ ਮੈਂ ਉੱਥੋਂ ਹੀ ਚੋਣ ਲੜਨੀ ਹੈ, ਹੋਰ ਕਿਤੇ ਖੜੇ ਨਹੀਂ ਹੋਣਾ। ਜਿਹੜੀ ਗਲਤੀ ਇੱਕ ਤਰ੍ਹਾਂ ਦੀ ਮੈਂ ਸਮਝਦਾ ਕਿ ਰਾਹੁਲ ਗਾਂਧੀ ਨੇ ਅਮੇਠੀ ਦੇ ਬਰਾਬਰ ਇੱਕ ਹੋਰ ਹਲਕੇ ਦੇ ਵਿੱਚ ਖੜੇ ਹੋ ਕੇ ਕੀਤੀ ਸੀ, ਮਮਤਾ ਬੈਨਰਜੀ ਨੇ ਇੱਕ ਮਾਸਟਰ ਸਟ੍ਰੋਕ ਦੇ ਤੌਰ ਤੇ ਇਸ ਨੂੰ ਖੇਡਿਆ, ਤੇ ਮਮਤਾ ਬੈਨਰਜੀ ਨੇ ਨੰਦੀਗ੍ਰਾਮ ਨੂੰ ਚੁਣ ਕੇ ਭਾਜਪਾ ਨੂੰ ਦਿਖਾ ਦਿੱਤਾ ਕਿ ਆਪਣੇ ਗੜ੍ਹ ਦੇ ਵਿੱਚੋਂ ਭੱਜਣ ਵਾਲੀ ਨਹੀਂ। ਮਿਠਨ ਚੱਕਰਵਰਤੀ ਵੀ ਸ਼ਾਮਲ ਹੋਏ ਨੇ, ਪਰ ਪਤਾ ਨਹੀਂ ਉਹਨਾਂ ਨੇ ਕਿਹੜੀ ਗੱਲ ਆਖੀ ਕਿ ਐਮ ਪਿਓਰ ਕੋਬਰਾ, ਤੇ ਕੋਬਰਾ ਹੀ ਹੁੰਦਾ, ਤੇ ਉਸ ਵਿੱਚ ਨਕਲੀ ਤੇ ਪਿਓਰ ਦੇ ਵਿੱਚ ਮੈਨੂੰ ਤਾਂ ਇਸ ਦਿਨ ਨਹੀਂ ਪਤਾ ਲੱਗਾ। ਤੇ ਕੋਬਰਾ ਉਹਨਾਂ ਨੇ ਆਪਣੇ ਆਪ ਨੂੰ ਕਿਉਂ ਆਖਿਆ, ਉਹਨਾਂ ਨੇ ਡੰਗ ਕਿਸ ਨੂੰ ਤੇ ਕਿੱਥੇ ਮਾਰਨਾ, ਕਦੋਂ ਮਾਰਨਾ,
ਤੇ ਇਹ ਹੋ ਸਕਦਾ ਇਸ਼ਾਰਾ ਭਾਜਪਾ ਨੂੰ ਹੋਵੇ ਤੇ ਜਾਂ ਉਹਨਾਂ ਦੇ ਵਿਰੋਧੀਆਂ ਨੂੰ ਹੋਵੇ। ਸੋ ਫਿਲਮ ਐਕਟਰ ਰਹੇ ਨੇ ਹੁਣ ਤੱਕ ਦੇ, ਇੱਕ ਖਾਸ ਕਿਸਮ ਦੀ ਉਹਨਾਂ ਦੀ ਆਡੀਅנס ਦੀ ਵਿਊਅਰਸ਼ਿਪ ਰਹੀ ਹੈ ਤੇ ਉਹ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਇੱਕ ਸਮਾਗਮ ਦੇ ਵਿੱਚ ਤੇ ਬੜੇ ਖੁਸ਼ ਨਜ਼ਰ ਆਏ। ਪਰ ਕੀ ਭਾਜਪਾ ਉਹਨਾਂ ਦੇ ਫੇਸ ਨੂੰ ਸਟਾਰ ਫੇਸ ਵਜੋਂ ਉਤਾਰੇਗੀ ਤੇ ਉਹਨਾਂ ਨੂੰ ਕਿਸੇ ਦੇ ਅਹੁਦੇ ਤੌਰ ਤੇ ਪੇਸ਼ਕਸ਼ ਕਰੇਗੀ, ਇਸ ਗੱਲ ਦਾ ਕੁਝ ਪਤਾ ਨਹੀਂ। ਪਰ ਮਮਤਾ ਬੈਨਰਜੀ ਨੇ ਜਿਹੜੀ ਗੱਲ ਕੀਤੀ ਹੈ ਮੋਦੀ ਦੀ, ਉਸ ਦੇ ਪਿੱਛੇ ਕਈ ਗੱਲਾਂ ਆ ਰਹੀਆਂ ਨੇ। ਇੱਕ ਭਾਰਤ ਦੇ ਵਿੱਚ ਜੋ ਨਾਂ ਬਦਲੀ ਕਰਨ ਦਾ ਇੱਕ ਚਲਣ ਜਿਹਾ ਚੱਲ ਪਿਆ, ਇਹ 2-3 ਤਰੀਕਿਆਂ ਨਾਲ ਨਾਂ ਬਦਲੀ ਕੀਤੇ ਜਾਂਦੇ ਨੇ। ਕਿੱਦਾਂ? ਇੱਕ ਤੇ ਐਥਨਿਸਿਟੀ ਹੈ, ਜਿਵੇਂ ਮੈਂ ਕਹਿ ਦਵਾਂ ਕਿ ਇਹ ਮੇਰੀ ਸ਼ਰਟ ਹੈ, ਜੇ ਮੈਂ ਇੱਥੇ ਬੈਠ ਕੇ ਹੁਣੇ ਕਹਾਂ ਵੀ ਮੈਂ ਕਮੀਜ਼ ਹੈ, ਮੇਰੀ ਕਮੀਜ਼ ਹੈ ਤੇ ਕਮੀਜ਼ ਜਿਹੜਾ ਇੱਕ ਐਥਨਿਕ ਨਾਂ ਹੈ, ਮੇਰੀ ਆਪਣੀ ਬੋਲੀ ਦਾ ਨਾਮ ਹੈ। ਸੋ ਕਈ ਨਾਮ ਭਾਰਤ ਵਿੱਚ ਇਸ ਤਰ੍ਹਾਂ ਦੇ ਸਾਨੂੰ ਅੰਗਰੇਜ਼ਾਂ ਦੇ ਵੇਲੇ ਤੋਂ ਜੋ ਉਹਨਾਂ ਨੇ ਬਰਤਾਨਵੀ ਸਰਕਾਰ ਨੇ ਜਾਂ ਬਰਤਾਨਵੀ ਹੁਕੂਮਤ ਨੇ ਜਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਸ਼ਹਿਰਾਂ ਦੇ ਰੱਖ ਲਏ ਸਨ ਜਾਂ ਉਹਨਾਂ ਦੇ ਸਪੈਲਿੰਗ ਜਿਹੜੇ ਸੀ ਉਸ ਹਿਸਾਬ ਨਾਲ ਕਰ ਦਿੱਤੇ ਸਨ। ਦੂਸਰੀ ਕਾਰਨ ਹੁੰਦਾ ਹੈ ਨਾਂ ਚੇਂਜ ਕਰਨ ਦਾ, ਸਪੈਲਿੰਗਸ ਦਾ। ਜਲੰਧਰ ਦੀ ਐਗਜ਼ਾਮਪਲ ਹੈ, ਜਲੰਧਰ ਦੇ ਪਹਿਲੇ ਸਪੈਲਿੰਗ ਸਨ JULLUNDUR। ਫਿਰ ਕੁਝ ਸਿਆਣਿਆਂ ਨੇ ਮਗਜ ਖਪਾਈ ਕੀਤੀ ਤੇ ਉਹਨਾਂ ਨੇ ਕਈ ਸਾਲ ਪਹਿਲਾਂ ਇਸ ਦੇ ਸਪੈਲਿੰਗ JALANDHAR ਕਰ ਦਿੱਤੇ, ਜਲੰਧਰ ਕਰ ਦਿੱਤੇ, ਜੋ ਕਿ ਪੜ੍ਹਨ ਦੇ ਵਿੱਚ ਸਹੀ ਲੱਗਦੇ ਆ। ਇਸ ਤਰ੍ਹਾਂ ਬਹੁਤ ਸਾਰੇ ਗਲਤ ਨਾਂ ਨੇ। ਪ੍ਰਵਾਸੀ ਭਾਰਤੀ ਜਾਣਦੇ ਹੋਣਗੇ ਕਿ ਉੱਥੇ ਜੋ ਪੁਰਾਣੇ ਗਏ ਹੋਏ ਨੇ ਉਹਨਾਂ ਕਈਆਂ ਦੇ ਲਾਸਟ ਨੇਮ ਜਾਂ ਸਰਨੇਮ ਜਿਹੜੇ ਨੇ ਉਹਨਾਂ ਦੇ ਸਪੈਲਿੰਗਸ ਕਈ ਤਰੀਕਿਆਂ ਨਾਲ ਗਲਤ ਨੇ। ਜਿਵੇਂ ਕਿਸੇ ਨੇ ਪਾਸਪੋਰਟ ਤੇ ਲਿਖ ਦਿੱਤੇ ਜਾਂ ਲਿਖਵਾ ਦਿੱਤੇ ਜਾਂ ਸਰਟੀਫਿਕੇਟ ਤੇ ਲਿਖ ਦਿੱਤਾ, ਉਵੇਂ ਹੀ ਚੱਲਦੇ ਗਏ। ਬਹੁਤ ਥੋੜਿਆਂ ਦੇ ਸਹੀ ਨੇ ਪੁਰਾਣਿਆਂ ਵਿੱਚੋਂ। ਸੋ ਇਸ ਤਰ੍ਹਾਂ ਦਾ ਚੱਲਣਾ। ਤੀਸਰਾ ਜਿਹੜਾ ਕਾਰਨ ਹੈ ਉਹ ਹੈ ਇਸਲਾਮ ਟੂ ਹਿੰਦੂਇਜ਼ਮ ਜਾਂ ਹੋਰ ਤਰ੍ਹਾਂ ਦਾ ਜਿਹੜਾ ਇੱਕ ਚੱਲਣਾ ਹੈ। ਜਿਵੇਂ ਹੈਦਰਾਬਾਦ ਦਾ ਨਾਮ ਬਦਲਣ ਦੀ ਕੋਸ਼ਿਸ਼ ਹੈ, ਅਹਿਮਦਾਬਾਦ ਦਾ ਨਾਮ ਬਦਲਣ ਦੀ ਕੋਸ਼ਿਸ਼ ਹੈ, ਮੁਜ਼ੱਫਰਨਗਰ ਦਾ ਨਾਮ ਬਦਲਣ ਦੀ ਕੋਸ਼ਿਸ਼ ਹੈ। ਜਿਹੜੇ ਸਿਟੀ ਮੁਗਲ ਹਕੂਮਤ ਦੇ ਵੇਲੇ ਸ਼ਹਿਰ ਵੇਲੇ ਵਸੇ ਜਾਂ ਪੁਰਾਣੇ ਸਨ, ਉਹਨਾਂ ਦੇ ਨਾਮ ਮੁਗਲ ਦੌਰ ਦੇ ਦੌਰਾਨ ਬਦਲ ਦਿੱਤੇ ਗਏ, ਉਹਨਾਂ ਨੂੰ ਦੁਬਾਰਾ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਟਨਾ ਦਾ ਸ਼ਹਿਰ ਜਿਹੜਾ ਦੁਬਾਰਾ ਪਾਟਲੀਪੁੱਤਰ ਲਿਆਉਣ ਦੀ ਤਜਵੀਜ਼ ਹੈ। ਸੋ ਨਾਮ ਬਦਲੀ ਕਰਨ ਦਾ ਇਹ ਮੁੱਦਾ ਭਾਵੇਂ ਵੱਖਰਾ ਹੈ, ਪਰ ਇਹ ਜਿਹੜੀ ਮਮਤਾ ਬੈਨਰਜੀ ਨੇ ਗੱਲ ਕੀਤੀ ਹੈ, ਪਰ ਮਮਤਾ ਬੈਨਰਜੀ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਕੋਲਕਾਤਾ ਨਾਮ ਬਾਅਦ ਵਿੱਚ ਰੱਖਿਆ ਗਿਆ, ਪਹਿਲਾਂ ਕੈਲਕਟਾ ਸੀ, ਮੁੰਬਈ ਬੰਬੇ ਸੀ, ਚੇਨਈ ਮਦਰਾਸ ਸੀ। ਇਸ ਤਰ੍ਹਾਂ ਬਹੁਤ ਸਾਰੇ ਨਾਂ ਜਿਹੜੇ ਨੇ ਭਾਰਤ ਵਿੱਚ ਬਦਲੀ ਕੀਤੇ ਜਾ ਰਹੇ ਨੇ। ਅਗਰ ਸੂਚੀ ਪੜ੍ਹੀ ਜਾਵੇ ਕਿ ਕਿੰਨੇ ਕੁ ਨਾਂ ਬਦਲੀ ਕੀਤੇ ਜਾਣਗੇ ਤੇ ਜੇ ਉੱਤਰ ਭਾਰਤ ਤੋਂ ਸ਼ੁਰੂ ਹੋ ਜਾਈਏ ਤੇ ਥੱਲੇ ਤੱਕ ਕੰਨਿਆਕੁਮਾਰੀ ਤੱਕ ਇਹ ਤਕਰੀਬਨ 100-200 ਨਾਂ ਇਹੋ ਜਿਹੇ ਬਣਦੇ ਨੇ ਜਿਨ੍ਹਾਂ ਨੂੰ ਬਦਲਣ ਦੀ ਤਜਵੀਜ਼ ਹੈ ਜਾਂ ਬਦਲੇ ਜਾ ਰਹੇ ਨੇ। ਸੋ ਨਾਂ ਬਦਲੀ ਕਰਨ ਦੀ ਇੱਕ ਵੱਖਰੀ ਗੱਲ ਹੈ, ਪਰ ਮਮਤਾ ਬੈਨਰਜੀ ਨੇ ਇੱਕ ਵੱਡਾ ਜਿਹੜਾ ਹਮਲਾ ਹੈ ਮੋਦੀ ਤੇ ਕੀਤਾ। ਸ਼ਾਇਦ ਉਹ ਰੁਕ ਜਾਣ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਮੈਂ ਇਸ ਤਰ੍ਹਾਂ ਨਾਮ ਵਗੈਰਾ ਨਾ ਚੇਂਜ ਕਰਾਂ ਜਾਂ ਹਰ ਜਗ੍ਹਾ ਆਪਣੀ ਫੋਟੋ ਨਾ ਲਾਵਾਂ। ਚਲੋ ਇਹ ਮੋਦੀ ਜੀ ਸੋਚਣਗੇ ਕਿ ਨਹੀਂ ਸੋਚਣਗੇ ਤਾਂ ਸਮਾਂ ਦੱਸੇਗਾ। ਪਰ ਇਸ ਵੇਲੇ ਰਾਹੁਲ ਗਾਂਧੀ ਆਪਣੇ ਇੱਕ ਪੁਰਾਣੇ ਸਾਥੀ ਨੂੰ ਲੈ ਕੇ ਕੁਝ ਕਹਿ ਰਹੇ ਨੇ। ਉਹਨਾਂ ਨੇ ਕੀ ਕਿਹਾ ਭਲਾ? ਰਾਹੁਲ ਗਾਂਧੀ ਜੋ ਸ਼ਾਹੀ ਪਰਿਵਾਰ ਦੇ ਇੱਕ ਯੰਗ ਆਗੂ ਨੇ, ਕਾਂਗਰਸ ਦੇ ਆਗੂ ਸਨ, ਅਜੇ ਕੁਝ ਮਹੀਨੇ ਪਹਿਲਾਂ ਤੱਕ ਇਸ ਵੇਲੇ ਭਾਜਪਾ ਵਿੱਚ ਬੈਠੇ ਹੋਏ ਨੇ। ਉਹਨਾਂ ਦੇ ਪਿਤਾ ਜੀ ਮਾਧਵਰਾਓ ਸਿੰਧੀਆ, ਉਹ ਕਾਂਗਰਸ ਦੀ ਨਰਸਿਮਹਾ ਰਾਓ ਸਰਕਾਰ ਦੇ ਵਿੱਚ ਮੰਤਰੀ ਸਨ। ਹਵਾਈ ਹਾਦਸੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਜੋਤੀਰਾਦਿੱਤਿਆ ਸਿੰਧੀਆ ਜਿਹੜੇ ਨੇ ਅਗਲੇ ਆਗੂ ਦੇ ਤੌਰ ਤੇ ਉੱਭਰਦੇ ਨੇ। ਹਾਲਾਂਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਰਾਜਨੀਤੀ ਪੁਰਾਣੀ ਹੈ। ਰਾਜਸਥਾਨ ਦੀ ਮੁੱਖ ਮੰਤਰੀ 2 ਵਾਰੀ ਰਹਿ ਚੁੱਕੀ ਹੈ ਵਸੁੰਧਰਾ ਰਾਜੇ, ਉਹਨਾਂ ਦੇ ਭੂਆ ਜੀ ਨੇ। ਉਹ ਭਾਜਪਾ ਵੱਲੋਂ ਜਿੱਤਦੇ ਰਹੇ ਨੇ। ਇਹ ਪਰਿਵਾਰ ਜਿਹੜਾ ਸੀ ਕਾਂਗਰਸ ਨਾਲ ਜੁੜਿਆ ਹੋਇਆ ਸੀ। ਸੋ ਇੱਕ ਦੂਸਰੇ ਨਾਲ ਖਿੱਚੋਤਾਣ ਵੀ ਰਹੀ ਹੈ। ਪਰ ਸਮਾਂ ਇੱਕ ਅਜਿਹਾ ਆਇਆ ਜਦੋਂ ਕਾਂਗਰਸ ਦੇ ਵਿੱਚ 2-3 ਯੰਗ ਆਗੂ ਸਨ। ਜਿਵੇਂ ਪਿੱਛੇ ਵੱਲ ਨੂੰ ਥੋੜਾ ਜਿਹਾ ਚਲੇ ਜਾਵਾਂ, ਜਦੋਂ ਰਾਜੀਵ ਗਾਂਧੀ ਦਾ ਕਤਲ ਹੁੰਦਾ ਹੈ ਉਸ ਤੋਂ ਬਾਅਦ ਪੀਵੀ ਨਰਸਿਮਹਾ ਰਾਓ ਮੁੱਖ ਮੰਤਰੀ ਬਣਦੇ ਨੇ। ਉਹਨਾਂ ਦੇ ਮੰਤਰੀ ਮੰਡਲ ਦੇ ਵਿੱਚ 2 ਅਹਿਮ ਆਗੂ ਸਨ, ਰਾਜੇਸ਼ ਪਾਇਲਟ ਤੇ ਮਾਧਵਰਾਓ ਸਿੰਧੀਆ। ਹੁਣ ਅਨਫੋਰਚੂਨੇਟਲੀ ਇਹ ਦੋਵੇਂ ਜਿਹੜੇ ਸੀ ਉਹ ਦੋਨਾਂ ਦੀ ਮੌਤ ਹੋ ਜਾਂਦੀ ਹੈ, ਰਾਜੇਸ਼ ਪਾਇਲਟ ਦੀ ਸੜਕ ਹਾਦਸੇ ਵਿੱਚ ਤੇ ਮਾਧਵਰਾਓ ਸਿੰਧੀਆ ਦੀ ਹਵਾਈ ਹਾਦਸੇ ਵਿੱਚ। ਦੋਨਾਂ ਦੇ ਪੁੱਤਰ ਜਿਹੜੇ ਨੇ ਉਹ ਕਾਂਗਰਸ ਦੇ ਵਿੱਚ ਅਗਲੀ ਪੀੜ੍ਹੀ ਵਜੋਂ ਦੇਖੇ ਗਏ। ਰਾਹੁਲ ਗਾਂਧੀ ਦੇ ਬਰਾਬਰ ਦੇ ਆਗੂ ਉਹਨਾਂ ਨੂੰ ਮਿਥਿਆ ਗਿਆ ਤੇ ਇਹ ਆਖਿਆ ਗਿਆ ਕਿ ਦੋਵੇਂ ਜਿਹੜੇ ਨੇ ਇਹ ਆਗੂ ਆਉਣ ਵਾਲਾ ਭਵਿੱਖ ਹੋ ਸਕਦੇ ਨੇ ਕਾਂਗਰਸ ਦਾ। ਇੱਥੋਂ ਤੱਕ ਕਿ ਜੋਤੀਰਾਦਿੱਤਿਆ ਸਿੰਧੀਆ ਤੇ ਸਚਿਨ ਪਾਇਲਟ ਨੂੰ ਰਾਹੁਲ ਦੇ ਹਰੀਫੀਆਂ ਵਜੋਂ, ਉਹਦੇ ਵਿਰੋਧੀਆਂ ਵਜੋਂ ਦੇਖਿਆ ਗਿਆ ਕਿ ਉਸ ਦੇ ਵਿਰੋਧੀ ਕਦੇ ਸਾਬਤ ਹੋ ਸਕਦੇ ਨੇ ਤੇ ਕਦੇ ਇਹ ਕਾਂਗਰਸ ਦੇ ਵੱਡੇ ਆਗੂ ਵਜੋਂ ਇਹ ਦੋਵੇਂ ਲੜਕੇ ਜਿਹੜੇ ਨੇ ਉੱਭਰਨਗੇ। ਹੁਣ ਸਚਿਨ ਪਾਇਲਟ ਰਾਜਸਥਾਨ ਦੇ ਵਿੱਚ ਤੇ ਜੋਤੀਰਾਦਿੱਤਿਆ ਸਿੰਧੀਆ ਮੱਧ ਪ੍ਰਦੇਸ਼ ਦੇ ਵਿੱਚ, ਉਹ ਸ਼ਾਹੀ ਘਰਾਣਾ ਤੇ ਉਹ ਵੀ ਕਾਫੀ ਨਾਮਵਰ ਘਰਾਣਾ। ਸਚਿਨ ਪਾਇਲਟ ਤੇ ਆਪਣੇ ਮਨ ਨੂੰ ਉਹਨਾਂ ਨੇ ਸਮਝਾ ਲਿਆ। ਹਾਲਾਂਕਿ ਕਾਂਗਰਸ ਦੀ ਜਿੱਤ ਦੇ ਵਿੱਚ ਉਹਨਾਂ ਦਾ ਬਹੁਤ ਅਹਿਮ ਰੋਲ ਹੈ
ਔਰ ਉਹਨਾਂ ਨੇ ਗੁੱਜਰ ਭਾਈਚਾਰੇ ਨੂੰ ਜਿਸ ਤਰ੍ਹਾਂ ਕਾਇਲ ਕਰਕੇ ਵੋਟਾਂ ਪਾਈਆਂ ਤੇ ਪਵਾਈਆਂ, ਇਹ ਉਹੀ ਜਾਣਦੇ ਨੇ। ਪਰ ਉਹ ਚੁੱਪ ਕਰਕੇ ਬੈਠੇ ਕਿ ਅਜੇ ਮੈਂ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਨਹੀਂ ਆ, ਜਾਂ ਮੈਨੂੰ ਅੱਗੇ ਅਜੇ ਇਸ ਪਾਸੇ ਵੱਲੋਂ ਨਹੀਂ ਵਧਣਾ ਚਾਹੀਦਾ, ਉਹ ਚੁੱਪ ਰਹੇ। ਪਰ ਜੋਤੀ ਚੁੱਪ ਨਹੀਂ ਬੈਠੇ, ਤੇ ਜੋਤੀ ਜਿਹੜੇ ਸੀ ਉਹਨਾਂ ਨੂੰ ਕਦੇ ਉਹਨਾਂ ਦੀ ਖੁਆਇਸ਼ ਹੋ ਸਕਦੀ ਸੀ ਕਿ ਹੋ ਸਕਦਾ ਮੈਨੂੰ ਮੁੱਖ ਮੰਤਰੀ ਬਣਾ ਦੇਣ, ਪਰ ਕਾਂਗਰਸ ਦੇ ਵਿੱਚ ਜਿਵੇਂ ਰਵਾਇਤ ਹੈ ਕਿ ਐਨ ਮੌਕੇ ਤੇ ਕੋਈ ਇਹੋ ਜਿਹਾ ਕੰਮ ਕਰ ਦਿੱਤਾ ਜਾਂਦਾ ਹੈ ਜਿਸ ਦੇ ਨਾਲ ਇੱਕ ਜਿਹੜੇ ਬੰਦੇ ਲੋਕਾਂ ਨੂੰ ਲੱਗਦਾ ਹੁੰਦਾ ਕਿ ਸ਼ਾਇਦ ਇਸ ਨੂੰ ਬਣਾ ਦਿੱਤਾ ਜਾਵੇ ਤੇ ਕੁਝ ਵੱਖਰਾ ਫਰਕ ਪਵੇਗਾ, ਉਹ ਉਹਨਾਂ ਨੂੰ ਇੱਕ ਪਾਸੇ ਕਰ ਦਿੱਤਾ ਗਿਆ ਤੇ ਕਮਲਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬਣਾ ਦਿੱਤਾ ਗਿਆ। ਕਮਲਨਾਥ ਦੇ ਬਣਾਉਣ ਨਾਲ ਦਿਗਵਿਜੇ ਵੀ ਸਾਬਕਾ ਮੁੱਖ ਮੰਤਰੀ ਸਨ, ਦਿਗਵਿਜੇ ਚੁੱਪ ਕਰ ਗਏ। ਉਹਨਾਂ ਨੂੰ ਪਤਾ ਸੀ ਸ਼ਾਇਦ ਕਿ ਮੇਰੀ ਵਾਰੀ ਇਸ ਵਾਰੀ ਨਹੀਂ ਆਉਣੀ, ਤੇ ਉਹਨਾਂ ਨੇ ਤਾਂ ਗੱਲ ਹਜਮ ਕਰਕੇ ਤੇ ਕਾਂਗਰਸ ਦੇ ਵਿੱਚੋਂ ਬੈਠੇ ਰਹੇ, ਪਰ ਜੋਤੀ ਨੂੰ ਗੱਲ ਹਜਮ ਨਾ ਹੋਈ। ਤੇ ਕੁਝ ਮਹੀਨੇ ਪਹਿਲਾਂ 20-22 ਮੈਂਬਰ ਜਿਹੜੇ ਸੀ ਉਹ ਕਾਂਗਰਸ ਪਾਰਟੀ ਦੇ ਲੈ ਕੇ ਭਾਜਪਾ ਦੇ ਵਿੱਚ ਜਾ ਵੜੇ ਨੇ, ਤੇ ਫਿਰ ਸ਼ਿਵਰਾਜ ਸਿੰਘ ਚੌਹਾਨ ਜਿਹੜੇ ਪਹਿਲਾਂ ਉਹਨਾਂ ਨੇ ਇੰਨਾ ਲੰਬਾ ਸਮਾਂ ਰਾਜ ਕੀਤਾ, ਉਹਨਾਂ ਦੀ ਸਰਕਾਰ ਬਣਵਾ ਦਿੱਤੀ। ਹੁਣ ਜੋਤੀਰਾਦਿੱਤਿਆ ਸਿੰਧੀਆ ਨੂੰ ਰਾਹੁਲ ਗਾਂਧੀ ਨੇ ਇਹ ਗੱਲ ਇੱਕ ਰੈਲੀ ਦੇ ਵਿੱਚ ਆਖੀ ਹੈ। ਇਹ ਇੱਕ ਉਹਨਾਂ ਦੀ ਜੋ ਆਲ ਇੰਡੀਆ ਯੂਥ ਕਾਂਗਰਸ ਦਾ ਇੱਕ ਸੰਮੇਲਨ ਸੀ, ਉਸ ਦੇ ਵਿੱਚ ਬੋਲ ਰਹੇ ਸਨ। ਪਹਿਲੀ ਤੇ ਗੱਲ ਯੂਥ ਕਾਂਗਰਸ ਸੰਮੇਲਨ ਦੇ ਵਿੱਚ ਇਹ ਹੋਈ ਕਿ ਸਾਰਿਆਂ ਨੇ ਕਿਹਾ ਕਿ ਰਾਹੁਲ ਗਾਂਧੀ ਹੀ ਸਾਡਾ ਲੀਡਰ ਹੈ ਤੇ ਇਹੋ ਹੀ ਰਹਿਣਗੇ, ਅਸੀਂ ਇਹਨਾਂ ਦੀ ਰਹਿਨੁਮਾਈ ਹੇਠ ਕੰਮ ਕਰਨਾ ਚਾਹੁੰਦੇ ਹਾਂ। ਜੋ ਚਾਹੁੰਦੇ ਸੀ ਬੋਲ ਦਿੱਤਾ। ਤੇ ਰਾਹੁਲ ਗਾਂਧੀ ਕਹਿੰਦੇ ਨੇ ਕਿ ਸਿੰਧੀਆ ਸਾਹਿਬ ਭਾਜਪਾ ਵਿੱਚ ਮੈਨੂੰ ਪਤਾ ਬੈਕ ਬੈਂਚਰ ਨੇ। ਬੈਕ ਬੈਂਚਰ ਕਹਿੰਦੇ ਨੇ ਜਿਹੜਾ ਵਿਦਿਆਰਥੀ ਸਭ ਤੋਂ ਪਿੱਛੇ ਬੈਂਚ ਤੇ ਬੈਠਾ ਹੋਵੇ, ਸਭ ਤੋਂ ਪਿਛਲੀ ਸੀਟ ਤੇ ਕਲਾਸਰੂਮ ਦੇ ਵਿੱਚ, ਜਿਹਦੀ ਕੋਈ ਪੁੱਛ ਪੜਤਾਲ ਨਾ ਹੋਵੇ ਜਾਂ ਜੋ ਕੋਈ ਬਹੁਤਾ ਪੜ੍ਹਾਈ ਵਿੱਚ ਹੁਸ਼ਿਆਰ ਨਾ ਹੋਵੇ। ਤੇ ਜੋਤੀਰਾਦਿੱਤਿਆ ਸਿੰਧੀਆ ਨੂੰ ਉਹਨਾਂ ਨੇ ਬੈਕ ਬੈਂਚਰ ਆਖਿਆ ਕਿ ਭਾਜਪਾ ਵਿੱਚ ਜੋ ਤੁਸੀਂ ਸਮਝ ਕੇ ਗਏ ਸੋ, ਤੁਹਾਨੂੰ ਉੱਥੇ ਮਾਣ ਸਤਿਕਾਰ ਨਹੀਂ ਮਿਲਣਾ, ਤੁਸੀਂ ਪਿੱਛੇ ਬੈਠੇ ਰਹੋਗੇ। ਤੇ ਹੋ ਸਕਦਾ ਹੈ ਕਿ ਤੁਸੀਂ ਅੱਜ ਕਾਂਗਰਸ ਦੇ ਵਿੱਚ ਹੁੰਦੇ ਤੇ ਕਾਂਗਰਸ ਦੇ ਵਿੱਚ ਤੁਹਾਨੂੰ ਅਸੀਂ ਹੋ ਸਕਦਾ ਹੈ ਕਿ ਅਸੀਂ ਮੁੱਖ ਮੰਤਰੀ ਤੁਸੀਂ ਹੁਣ ਨੂੰ ਬਣੇ ਹੁੰਦੇ। ਬੜੀ ਅਜੀਬ ਗੱਲ ਕੀਤੀ ਆ ਰਾਹੁਲ ਗਾਂਧੀ ਨੇ। ਜਿਸ ਦਿਨ ਉਹ ਉਮੀਦ ਕਰ ਰਹੇ ਸਨ ਤੇ ਉਦੋਂ ਉਹਨਾਂ ਨੂੰ ਇੱਕ ਪਾਸੇ ਕਰ ਦਿੱਤਾ, ਤੇ ਸੋਨੀਆ ਗਾਂਧੀ ਜੀ ਨਾਲ ਉਹ ਖਫਾ ਹੋ ਗਏ ਤੇ ਰਾਹੁਲ ਗਾਂਧੀ ਨਾਲ ਵੀ ਖਫਾ ਹੋ ਗਿਆ ਕਿ ਮੇਰੀ ਕੋਈ ਪੁੱਛ ਪੜਤਾਲ ਨਹੀਂ ਹੈ ਤੇ ਮੇਰੀ ਕੋਈ ਸੇ ਨਹੀਂ ਹੈ ਮੱਧ ਪ੍ਰਦੇਸ਼ ਦੇ ਵਿੱਚ, ਤੇ ਉਹਨਾਂ ਨੂੰ ਇੱਕ ਪਾਸੇ ਪਹੁੰਚ ਕੇ ਸਿੱਟ ਦਿੱਤਾ। ਤੇ ਹੁਣ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਹੋ ਸਕਦਾ ਮੁੱਖ ਮੰਤਰੀ ਹੁੰਦੇ, ਤੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਅਸੀਂ ਉਹਨਾਂ ਦਾ ਸਵਾਗਤ ਕਰਦੇ, ਮੈਨੂੰ ਪਤਾ ਉੱਥੇ ਉਹਨਾਂ ਦਾ ਦਿਲ ਨਹੀਂ ਲੱਗਣਾ। ਜੀ, ਇਹਨੂੰ ਤਾਂ ਸ਼ਾਇਦ ਸਿਆਸਤ ਕਹਿੰਦੇ ਆ। ਬਿਲਕੁਲ ਜੀ। ਤੇ ਕੁਲਦੀਪ ਜੀ ਅਗਲੇ ਮੁੱਦੇ ਵੱਲ ਆਉਣੇ, ਪਰ ਇਸ ਵੇਲੇ ਲੈਣੇ ਆ ਬ੍ਰੇਕ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਕੁਲਦੀਪ ਜੀ, ਹੁਣ ਅਸੀਂ ਹੋਰਨਾਂ ਸਟੇਟਾਂ ਤੋਂ ਪੰਜਾਬ ਵੱਲ ਆਉਂਦੇ ਹਾਂ। ਭਾਜਪਾ ਆਗੂਆਂ ਦਾ ਵਿਰੋਧ ਕਦੋਂ ਤੋਂ ਜਾਰੀ ਹੈ ਤੇ ਇਸ ਵੇਲੇ ਕਿੱਥੇ-ਕਿੱਥੇ ਉਹਨਾਂ ਦਾ ਵਿਰੋਧ ਫਿਰ ਤੋਂ ਹੋ ਰਿਹਾ ਹੈ? ਵਿਜੇ ਸਾਂਪਲਾ ਦਾ ਕੁਝ ਦਿਨ ਪਹਿਲਾਂ ਵਿਰੋਧ ਹੋਇਆ ਸੀ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰੋਂ ਮੱਥਾ ਟੇਕਣ ਗਏ ਸਨ ਜੀ। ਉੱਥੇ ਉਹਨਾਂ ਨੂੰ ਇੱਕ ਨੌਜਵਾਨ ਵੱਲੋਂ ਪੁੱਛਗਿੱਛ ਕੀਤੀ ਗਈ, ਤੇ ਨੌਜਵਾਨ ਨੂੰ ਤੇ ਉਹਨਾਂ ਦੇ ਸੁਰੱਖਿਆ ਅਮਲੇ ਨੇ ਤੇ ਹੋਰ ਲੋਕਾਂ ਨੇ ਜੋ ਉਹਨਾਂ ਦੇ ਸਾਥੀ ਸਨ ਸਮਝਾ ਬੁਝਾ ਕੇ ਜਾਂ ਖਿੱਚ ਕੇ ਇੱਕ ਪਾਸੇ ਕਰ ਦਿੱਤਾ। ਉੱਥੇ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਕੋਈ ਅੰਦੋਲਨਕਾਰੀ ਕਿਸਾਨਾਂ ਦੇ ਕੋਲੋਂ ਦੀ ਇਹਨਾਂ ਦੀ ਗੱਡੀ ਲੰਘੀ ਹੈ ਤੇ ਸ਼ਾਇਦ ਗੱਡੀ ਕਿਸੇ ਵਿੱਚ ਵੱਜੀ ਹੈ ਤੇ ਕੁਝ ਕਿਸਾਨ ਜ਼ਖਮੀ ਹੋਏ ਨੇ। ਕਿਸਾਨ ਆਗੂਆਂ ਦਾ ਜਥੇਬੰਦੀਆਂ ਦਾ ਕਹਿਣਾ ਸੀ ਕਿ ਵਿਜੇ ਸਾਂਪਲਾ ਦੇ ਕਾਫਲੇ ਦੀ ਉਹ ਗੱਡੀ ਸੀ। ਵਿਜੇ ਸਾਂਪਲਾ ਉੱਥੋਂ ਆ ਗਏ ਤੇ ਉੱਥੇ ਉਹਨਾਂ ਦੇ ਦੂਸਰੇ ਆਗੂ ਦਾ ਵੀ ਸ਼ਵੇਤ ਮਲਿਕ ਦਾ ਵੀ ਵਿਰੋਧ ਹੋਇਆ ਸੀ। ਪਰ ਹੁਣ ਅਸ਼ਵਨੀ ਸ਼ਰਮਾ ਦਾ ਫਿਰ ਵਿਰੋਧ ਹੋਇਆ। ਉਹਦਾ ਕਿੱਥੇ ਹੋਇਆ? ਉਹ ਇਸੇ ਹਾਈਵੇ ਤੇ ਜਿੱਥੇ ਉਹਨਾਂ ਦੀ ਕਥਿਤ ਤੌਰ ਤੇ ਗੱਡੀ ਦਾ ਦੱਸਿਆ ਜਾਂਦਾ ਕਿ ਸ਼ੀਸ਼ਾ ਤੋੜ ਦਿੱਤਾ ਸੀ ਕਿਸੇ ਨੇ, ਤੇ ਉਹ ਬੜਾ ਰੌਲਾ ਪਿਆ ਸੀ ਕਿ ਉਹਨਾਂ ਦੀ ਗੱਡੀ ਤੇ ਹਮਲਾ ਹੋਇਆ। ਇਸੇ ਸੜਕ ਦੇ ਉੱਪਰ ਜਲੰਧਰ ਤੋਂ ਜੋ ਜੰਮੂ ਨੂੰ ਜਾਂਦਾ ਹਾਈਵੇ, ਇਸ ਦੇ ਉੱਪਰ ਮਾਨਸਰ ਟੋਲ ਪਲਾਜ਼ਾ ਆਉਂਦਾ ਜਿੱਥੇ ਕਿਸਾਨ ਕਾਫੀ ਦੇਰ ਤੋਂ ਬੈਠੇ ਹੋਏ ਨੇ ਮੁਕੇਰੀਆਂ ਦੇ ਲਾਗੇ। ਉੱਥੇ ਉਹ ਇਸੇ ਰਸਤੇ ਤੇ ਲੰਘ ਰਹੇ ਸਨ ਤੇ ਕਿਸਾਨਾਂ ਨੂੰ ਖਬਰ ਹੋਈ ਕਿ ਉਹ ਲੰਘਣਗੇ ਪ੍ਰਧਾਨ ਜੀ, ਤੇ ਉਹਨਾਂ ਨੂੰ ਫੇਰ ਘੇਰਨ ਦਾ ਯਤਨ ਕੀਤਾ ਗਿਆ ਤੇ ਕਾਲੀਆਂ ਝੰਡੀਆਂ ਇੱਕ ਵਾਰੀ ਫੇਰ ਦਿਖਾਈਆਂ ਗਈਆਂ। ਇਸ ਤੋਂ ਬਾਅਦ ਕੁਝ ਨਹੀਂ। ਵਿਜੇ ਸਾਂਪਲਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਯਾਦਗਾਰ ਬਣੀ ਹੋਈ ਹੈ ਭਗਤ ਰਵਿਦਾਸ ਜੀ ਦੀ, ਖੁਰਾਲਗੜ੍ਹ ਵਿਖੇ। ਉੱਥੇ ਪਹੁੰਚੇ ਨੇ, ਜਾਣਾ ਸੀ ਉਹਨਾਂ ਨੇ ਮੱਥਾ ਟੇਕਣ, ਕਿਉਂਕਿ ਕੌਮੀ ਜੋ ਐਸਸੀ ਕਮਿਸ਼ਨ ਹੈ ਉਸ ਦੇ ਉਹ ਤਾਜ਼ਾ ਚੇਅਰਮੈਨ ਬਣੇ ਨੇ ਤੇ ਉੱਥੇ ਜਾਣਾ ਤਾਂ ਬਣਦਾ ਹੈ। ਉਹ ਯਾਦਗਾਰ ਬਾਦਲ ਸਾਹਿਬ ਨੇ ਸ਼ੁਰੂ ਕਰਵਾਈ ਸੀ ਤੇ ਬਣਵਾਈ ਸੀ, ਤੇ ਉੱਥੇ ਪਹੁੰਚੇ ਨੇ ਤੇ ਉੱਥੇ ਫੇਰ ਕਿਸਾਨ ਜਥੇਬੰਦੀਆਂ ਉਹਨਾਂ ਦੇ ਮੋਹਰੇ ਖੜੀਆਂ ਹੋਈਆਂ। ਖੈਰ ਬਚ-ਬਚਾ ਕੇ ਨਿਕਲ ਗਏ ਨੇ। ਵਿਰੋਧ ਜਾਰੀ ਹੈ, ਪਰ ਮੇਰੀ ਫਿਰ ਕਿਸਾਨ ਭਾਈਚਾਰੇ ਨੂੰ ਤੇ ਨੌਜਵਾਨਾਂ ਨੂੰ ਖਾਸ ਤੌਰ ਤੇ ਅਪੀਲ ਰਹੇਗੀ ਚੈਨਲ ਦੇ ਜ਼ਰੀਏ ਕਿ ਵਿਰੋਧ ਕਰਨਾ ਤੁਹਾਡਾ ਹੱਕ ਹੈ, ਪਰ ਆਪਣੀ ਹੱਦ ਦੇ ਵਿੱਚ ਰਹਿ ਕੇ ਵਿਰੋਧ ਕਰੀਏ ਤੇ ਜ਼ਿਆਦਾ ਬਿਹਤਰ ਰਹੇਗਾ ਜੀ। ਤੇ ਕੁਲਦੀਪ ਜੀ, ਹੁਣ ਬਜਟ ਵੱਲ ਆ ਜਾਈਏ। ਮਨਪ੍ਰੀਤ ਬਾਦਲ ਨੇ ਕੱਲ ਬਜਟ ਪੇਸ਼ ਕਰ ਦਿੱਤਾ। ਪੰਜਾਬ ਦੇ ਬਜਟ 'ਚ ਕੀ ਖਾਸ ਤੇ ਇਹਦਾ ਦਿੱਲੀ ਦੇ ਬਜਟ ਨਾਲ ਕੀ ਮੁਕਾਬਲਾ? ਮਨਪ੍ਰੀਤ ਬਾਦਲ ਨੇ ਬਜਟ ਪੇਸ਼ ਕੀਤਾ, ਉਹਨਾਂ ਦਾ ਉਸ ਵੇਲੇ ਦਾ ਚਿਹਰਾ ਤੇ ਉਸ ਤੋਂ ਬਾਅਦ ਜਿਹੜੇ ਮੀਡੀਆ ਦੇ ਵਿੱਚੋਂ ਕੁਝ ਬੋਲੇ ਨੇ ਜਾਂ ਪ੍ਰੈਸ ਕਾਨਫਰੰਸ ਨੂੰ ਮਾੜੀ ਮੋਟੀ ਉਹਨਾਂ ਨੇ ਕੀਤੀ ਹੈ, ਜਿਹੜਾ ਉਹ ਬੋਲੇ ਨੇ ਉਹਨਾਂ ਦੇ ਮੱਥੇ ਦੀਆਂ ਤਿਊੜੀਆਂ ਕਈ ਕੁਝ ਦੱਸਦੀਆਂ ਨੇ ਜੀ। ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਵੀ ਕਹਿ ਦਿੱਤਾ
ਕਿ ਯਾਰ ਮੈਂ ਅੱਕ ਗਿਆ ਇਸ ਵਿੱਤ ਮੰਤਰਾਲੇ ਤੋਂ, ਮੈਂ ਅਗਲੀ ਵਾਰੀ ਮੁੱਖ ਮੰਤਰੀ ਸਾਹਿਬ ਨੂੰ ਕਹਿ ਕੇ ਕੋਈ ਸੌਖਾ ਜਿਹੜਾ ਮਹਿਕਮਾ ਨਾ ਜੀ ਉਹ ਮੈਨੂੰ ਲੈ ਕੇ ਦਿਓ, ਹਿਸਾਬ ਕਿਤਾਬ ਹੁਣ ਮੇਰੇ ਵੱਸ ਦੀ ਗੱਲ ਨਹੀਂ ਰਹੀ। ਇਹ ਕਈ ਗੱਲਾਂ ਇਹਦੇ ਵਿੱਚ ਆ ਜਾਂਦੀਆਂ ਨੇ। ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਬਸ ਦੀ ਗੱਲ ਨਹੀਂ, ਪਰ ਲੱਗ ਇਸੇ ਤਰ੍ਹਾਂ ਰਿਹਾ ਸੀ। ਬਜਟ ਦੇ ਵਿੱਚ ਬਹੁਤੀਆਂ ਬਰੀਕੀਆਂ ਵਿੱਚ ਨਾ ਜਾਈਏ ਤੇ ਮੋਟੀਆਂ-ਮੋਟੀਆਂ ਜਿਹੜੀਆਂ ਗੱਲਾਂ ਆਮ ਲੋਕਾਂ ਦੇ ਸਮਝ ਆਉਣ ਵਾਲੀਆਂ ਨੇ। ਆਸ਼ੀਰਵਾਦ ਸਕੀਮ ਜਿਹੜੀ ਹੈ 21,000 ਤੋਂ 51,000 ਕਰ ਦਿੱਤੀ ਹੈ ਤੇ ਬੁਢਾਪਾ ਪੈਨਸ਼ਨ ਜਿਹੜੀ ਹੈ ਉਹ 750 ਤੋਂ 1500 ਕਰ ਦਿੱਤੀ ਹੈ ਮਹੀਨੇ ਦੀ। ਸੋ ਜ਼ਾਹਿਰਾ ਤੌਰ ਤੇ ਇਹ ਡਬਲ ਕੀਤੀਆਂ ਗਈਆਂ ਨੇ। ਸੁਸਾਇਟੀ ਕਰਜ਼ਿਆਂ ਦੀ ਮੁਆਫੀ ਵਾਸਤੇ 523 ਕਰੋੜ ਜਿਹੜਾ ਹੈ ਉਹ ਰਾਖਵਾਂ ਰੱਖਿਆ ਗਿਆ। ਪੰਜਾਬੀ, ਉਰਦੂ ਤੇ ਹਿੰਦੀ ਦੇ ਲਿਖਾਰੀਆਂ ਲਈ, ਸਾਹਿਤਕਾਰਾਂ ਲਈ, ਸ਼ਾਇਰਾਂ ਲਈ ਜਿਹੜਾ ਮਾਣ ਭੱਤਾ ਹੈ 5000 ਰੁਪਏ ਮਹੀਨੇ ਤੋਂ ਵਧਾ ਕੇ 3 ਗੁਣਾ ਕਰਕੇ 15,000 ਜਿਹੜਾ ਕੀਤਾ ਗਿਆ। ਸ਼ਾਇਦ ਉਹਨਾਂ ਦਾ ਜਿਹੜਾ ਸ਼ੇਰੋ ਸ਼ਾਇਰ ਇਸ ਵਿੱਚ ਉਰਦੂ ਦੇ ਨੂੰ ਉਹਨਾਂ ਨੇ ਖਾਸ ਤੌਰ ਤੇ ਜੋੜਿਆ ਕਿਉਂਕਿ ਉਰਦੂ ਦੇ ਸ਼ੇਰ ਉਹ ਅਕਸਰ ਬੋਲਦੇ ਰਹਿੰਦੇ ਨੇ। ਸੋ ਬੀਬੀਆਂ ਵਾਸਤੇ ਤੇ ਵਿਦਿਆਰਥੀਆਂ ਵਾਸਤੇ ਸਕੂਲੀ ਬੱਸਾਂ ਦਾ ਕਿਰਾਇਆ ਜਿਹੜਾ ਹੈ ਮੁਫਤ ਹੋਵੇਗਾ। ਬੱਸ ਸਫ਼ਰ ਜਿਹੜਾ ਉਹਨਾਂ ਲਈ ਮੁਫਤ ਹੋਵੇਗਾ। ਪਰ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਸ ਨਾਲ ਲੜਾਈਆਂ ਵੀ ਹੋਰ ਵੱਧ ਸਕਦੀਆਂ ਨੇ ਕਿ ਪ੍ਰਾਈਵੇਟ ਕੰਪਨੀਆਂ ਵਾਲਿਆਂ ਨਾਲ ਨਜਿੱਠਣਾ ਔਖਾ ਹੋਵੇਗਾ। ਨਹੀਂ, ਇੱਥੇ ਕੁਲਦੀਪ ਜੀ ਮੈਂ ਸ਼ੇਅਰ ਕਰਦੀ ਹਾਂ ਆਪਣਾ ਖੁਦ ਦਾ ਐਕਸਪੀਰੀਅੰਸ। ਮੈਂ ਮੰਮਾ ਨੂੰ ਜਦੋਂ ਕਿਹਾ ਨਾ ਕਿ ਬਜਟ 'ਚ ਮਹਿਲਾਵਾਂ ਲਈ ਫ੍ਰੀ ਹੋ ਗਿਆ ਤਾਂ ਅੱਗੋਂ ਉਹਨਾਂ ਦਾ ਕਹਿਣਾ ਸੀ ਕਿ ਬੱਸਾਂ ਤਾਂ ਫਿਰ ਭਰੀਆਂ ਹੀ ਜਾਣਗੀਆਂ। ਮੈਂ ਕਿਹਾ ਜਨਾਨੀਆਂ ਘਰ ਵੀ ਬਹਿ ਜਾਂਦੀਆਂ, ਇੱਦਾਂ ਦੀ ਕੋਈ ਗੱਲ ਨਹੀਂ। ਠੀਕ ਹੈ ਜੀ। ਪਰ ਕੁਝ ਗੱਲਾਂ ਜਿਹੜੀਆਂ ਕੁਝ ਗੱਲਾਂ ਵੱਲ ਇਸ਼ਾਰਾ ਕਰਦਾ ਹੈ ਉਹ ਪੰਜਾਬ, ਦਿੱਲੀ, ਹਰਿਆਣਾ ਤੇ ਹੋਰਨਾਂ ਸੂਬਿਆਂ ਨਾਲ ਇੱਕ ਛੋਟਾ ਜਿਹਾ ਮੁਕਾਬਲਾ ਹੈ। ਅੰਕੜੇ ਕੋਈ ਸਾਹਮਣੇ ਆਏ ਨੇ। ਇਹ ਇੱਕ ਸੰਸਥਾ ਹੈ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ PRS। ਉਹਨਾਂ ਵੱਲੋਂ ਇੱਕ ਹਿਸਾਬ ਕਿਤਾਬ ਜਿਹਾ ਰੱਖਿਆ ਜਾਂਦਾ ਹੈ। ਉਹ ਦੇਖਦੇ ਨੇ ਕਿ ਕਿੱਥੇ ਵਿਕਾਸ ਲਈ, ਹੋਰ ਕੰਮਾਂ ਲਈ ਕਿੱਥੇ ਕਿਹੜੀ ਸਟੇਟ ਕਿੰਨੇ ਕੋ ਪੈਸੇ ਕਿਸ ਤਰ੍ਹਾਂ ਖਰਚਦੀ ਹੈ ਤੇ ਬਜਟ ਦੇ ਵਿੱਚ ਕੀ ਹੈ। ਉਹਨਾਂ ਨੇ ਇੱਕ ਮੁਕਾਬਲਾ ਜਿਹਾ ਕੀਤਾ, ਉਹ ਅੰਕੜੇ ਮੈਂ ਦਰਸ਼ਕਾਂ ਨਾਲ ਸਾਂਝੇ ਕਰਾਂਗਾ। ਪੰਜਾਬ ਦੇ ਵਿੱਚ ਪਿਛਲੇ 6 ਸਾਲਾਂ ਦੌਰਾਨ ਸਿੱਖਿਆ ਤੇ ਕੁੱਲ ਬਜਟ ਦਾ 13% ਖਰਚਿਆ ਗਿਆ। ਦਿੱਲੀ ਵਿੱਚ ਇਹ ਹੋਈ 26%, ਹਰਿਆਣਾ ਵਿੱਚ ਇਹ ਹੋਈ 15%, ਸਿਹਤ ਤੇ ਪੰਜਾਬ ਵਿੱਚ 4.2%, ਦਿੱਲੀ ਵਿੱਚ 12%, ਹਰਿਆਣਾ ਵਿੱਚ 4.5%। ਸਮਾਜਿਕ ਸੁਰੱਖਿਆ ਸੋਸ਼ਲ ਸਿਕਿਉਰਿਟੀ ਪੰਜਾਬ 6, ਦਿੱਲੀ 2.9, ਪੰਜਾਬ ਇੱਥੇ ਉੱਪਰ ਹੈ ਤੇ ਹਰਿਆਣਾ ਦੇ ਵਿੱਚ 7%। ਪੇਂਡੂ ਵਿਕਾਸ ਤੇ ਪੰਜਾਬ ਵਿੱਚ ਕੁੱਲ ਬਜਟ ਦਾ ਸਿਰਫ 1.1% ਖਰਚਿਆ ਗਿਆ ਤੇ ਜਦ ਕਿ ਹਰਿਆਣਾ ਦੇ ਵਿੱਚ 4.2% ਤੇ ਸਭ ਤੋਂ ਉੱਪਰ ਦਿੱਲੀ ਆ, ਬਿਹਾਰ ਜਿਹੜੀ ਆ, ਬਿਹਾਰ ਦੇ ਵਿੱਚ 15%। ਹੋਰ ਇਹ ਜਿਹੜੇ ਅੰਕੜੇ ਨੇ ਕਈ ਗੱਲਾਂ ਵੱਲ ਇਸ਼ਾਰਾ ਕਰਦੇ ਨੇ। ਇਸ ਨੂੰ ਰਾਜਨੀਤਿਕ ਤੌਰ ਤੇ ਦੇਖਿਆ ਜਾਵੇ ਤੇ ਕੈਪਟਨ ਅਮਰਿੰਦਰ ਸਿੰਘ ਤੇ ਕੇਜਰੀਵਾਲ ਆਪਸ ਵਿੱਚ ਜੋ ਜੰਗ ਉਹਨਾਂ ਦੀ ਚੱਲਦੀ ਰਹਿੰਦੀ ਹੈ, ਉਹ ਕਹਿੰਦੇ ਨੇ ਕਿ ਅਸੀਂ ਸਕੂਲਾਂ ਦੀ ਹਾਲਤ ਜਿਹੜੀ ਕੀਤੀ ਹੈ, ਹਸਪਤਾਲਾਂ ਦੀ ਜਿਹੜੀ ਕੀਤੀ ਹੈ ਦਿੱਲੀ ਦੇ ਵਿੱਚ, ਜੋ ਉਹਨਾਂ ਦੇ ਅਸੀਂ ਸੁਧਾਰ ਲਿਆਂਦੇ ਨੇ, ਤੁਸੀਂ ਲਿਆ ਕੇ ਦਿਖਾਓ। ਇਹ ਆਪਣੇ ਅੰਕੜੇ ਦੱਸਦੇ ਨੇ। ਪਰ ਕੁਝ ਗੱਲਾਂ ਹਨ ਪੰਜਾਬ ਸਰਕਾਰ ਨੂੰ ਇਹ ਗੱਲਾਂ ਮੰਨਣੀਆਂ ਪੈਣਗੀਆਂ ਕਿ ਅਸੀਂ ਪਿੱਛੇ ਰਹਿ ਰਹੇ ਹਾਂ, ਜਦ ਕਿ ਟੋਟਲ ਖਰਚੇ ਦਾ ਪੰਜਾਬ ਜਿਹੜਾ ਹੈ 1 ਨੰਬਰ ਹੈ ਬਜਟ ਦੇ ਵਿੱਚ। ਖਰਚਾ ਵਿੱਚੋਂ ਕਿੰਨਾ ਫੀਸਦੀ ਖਰਚ ਕੀਤਾ ਗਿਆ? 84% ਆ। ਪਰ ਇਸ ਵਿੱਚੋਂ 84% ਜਿਹੜਾ ਟੋਟਲ ਬਜਟ ਦੇ ਖਰਚੇ ਵਿੱਚੋਂ ਉਹ ਸਿਰਫ ਪੁਰਾਣੇ ਕਰਜ਼ੇ ਤੇ ਵਿਆਜ ਤੇ ਖਰਚਿਆ ਗਿਆ। ਇਹ ਵੱਡੀ ਗੱਲ ਜਾਣਨ ਵਾਲੀ ਕਿ ਪੰਜਾਬ ਦੇ ਸਿਰ ਕਿੰਨਾ ਕਰਜ਼ਾ ਹੈ ਤੇ ਕਿਸ ਦਾ ਹੈ। ਇਹ ਗੱਲ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਤੇ ਵਿੱਤ ਮੰਤਰੀ ਰੌਲਾ ਪਾਉਂਦੇ ਰਹੇ ਸਨ ਕਿ ਸਾਨੂੰ ਕੁਝ ਟਾਈਟ ਕਰਨਾ ਪਏਗਾ, ਸਾਨੂੰ ਹੱਥ ਘੁੱਟਣਾ ਪਏਗਾ ਕਿਉਂਕਿ ਸਾਨੂੰ ਤੇ ਖਜ਼ਾਨਾ ਖਾਲੀ ਦੇ ਦਿੱਤਾ ਗਿਆ ਅਕਾਲੀ ਸਰਕਾਰ ਵੱਲੋਂ। ਸੋ ਇਹ ਗੱਲਾਂ ਹੋ ਸਕਦਾ ਹੈ ਕਿ ਉਸ ਨਾਲ ਜੁੜੀਆਂ ਹੋਣ। ਤਕਨੀਕੀ ਤੌਰ ਤੇ ਸਰਕਾਰਾਂ ਦੱਸ ਸਕਦੀਆਂ ਨੇ, ਪਰ ਕਈ ਵਾਰੀ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਖਾਧੀ ਹੁੰਦੀ ਹੈ ਜਾਂ ਕੋਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਕਿ ਅਗਲੇ ਦੀ ਲੁਕੋਵੋਗੇ ਤੇ ਆਪਣੀ ਫਿਰ ਲੁਕੇਗੀ। ਸੋ ਇਹ ਹਾਲਾਤ ਨੇ ਪੰਜਾਬ, ਹਰਿਆਣਾ ਤੇ ਦਿੱਲੀ ਦੇ। ਕੁਝ ਮੁਕਾਬਲਤਨ ਜੋ ਇੱਕ ਕੀਤਾ ਗਿਆ, ਪਰ ਪੰਜਾਬ ਦੇ ਬਜਟ ਦੇ ਵਿੱਚ ਕੁਝ ਜੋ ਸਰਕਾਰੀ ਮੁਲਾਜ਼ਮ ਨੇ ਉਹਨਾਂ ਵਾਸਤੇ ਪੇ ਕਮਿਸ਼ਨ ਦੀਆਂ ਕੁਝ ਜਿਹੜੀਆਂ ਸਹੂਲਤਾਂ ਨੇ ਜਾਂ ਉਹਨਾਂ ਦੀ ਸਿਫਾਰਿਸ਼ਾਂ ਨੇ, ਉਹਨਾਂ ਨੂੰ ਲਾਗੂ ਕਰਨ ਦੀ ਵੀ ਗੱਲਬਾਤ ਹੈ। ਕੁੱਲ ਮਿਲਾ ਕੇ ਇਸ ਬਜਟ ਦੇ ਵਿੱਚ ਜੋ ਤਜਵੀਜ਼ਾਂ ਰੱਖੀਆਂ ਗਈਆਂ ਨੇ ਉਹ ਜਿਹੜੀਆਂ ਚੋਣਾਂ ਆ ਰਹੀਆਂ ਨੇ ਅਗਲੇ ਸਾਲ ਸ਼ੁਰੂ ਦੇ ਵਿੱਚ, ਉਹਨਾਂ ਦੇ ਮੱਦੇਨਜ਼ਰ ਹੀ ਰੱਖਿਆ ਗਿਆ। ਇਸ ਦੇ ਵਿੱਚ ਕੋਈ ਬਹੁਤ ਵੱਡਾ ਫੇਰਬਦਲ ਨਜ਼ਰ ਨਹੀਂ ਆ ਰਿਹਾ। ਤੇ ਕੁਲਦੀਪ ਜੀ, ਅਗਲੇ ਮੁੱਦੇ ਵੱਲ ਪੰਜਾਬ 'ਚ ਹੀ ਰਹਿੰਦੇ ਆ। ਇੱਕ ਪੰਜਾਬ ਦੇ ਆਗੂ ਭਗਵੰਤ ਮਾਨ ਤੇ ਇੱਕ ਨਵਜੋਤ ਸਿੰਘ ਸਿੱਧੂ, ਇਹਨਾਂ ਦੇ ਵਿੱਚ ਕੋਈ ਖਿਚੜੀ ਇਸ ਵੇਲੇ ਪੱਕ ਰਹੀ ਲੱਗਦੀ ਹੈ ਤੁਹਾਨੂੰ ਕੋਈ? ਨਵਜੋਤ ਸਿੱਧੂ ਬਾਰੇ ਭਗਵੰਤ ਮਾਨ ਕਹਿੰਦੇ ਨੇ ਕਿ ਨਵਜੋਤ ਸਿੱਧੂ ਨੂੰ ਤੇ ਜਦੋਂ ਮੈਂ ਅਜੇ ਛੋਟਾ ਹੁੰਦਾ ਸੀ ਤੇ ਮੈਂ ਉਦੋਂ ਨੂੰ ਕ੍ਰਿਕਟ ਖੇਡਦੇ ਦੇਖਦਾ ਹੁੰਦਾ ਸੀ ਤੇ ਜਦੋਂ ਸਿੱਧੂ ਸਾਹਿਬ ਆਊਟ ਹੋ ਜਾਂਦੇ ਸੀ ਤੇ ਮੈਂ ਟੀਵੀ ਬੰਦ ਕਰ ਦਿੰਦਾ ਸੀ। ਤੇ ਉਹ ਨਾਲੋਂ ਇਹ ਕਹਿੰਦੇ ਨੇ ਕਿ ਮੈਂ ਸਿੱਧੂ ਸਾਹਿਬ ਨੂੰ ਬੇਨਤੀ ਕਰਦਾ ਕਿ ਰਾਜਨੀਤੀ ਵਿੱਚੋਂ ਆਊਟ ਨਾ ਹੋਇਆ ਕਰੋ। ਪਰ ਉਹ ਕ੍ਰਿਕਟ ਖਿਡਾਰੀ ਨੇ
ਆਊਟ ਹੋ ਕੇ ਤੇ ਜੇ ਟੈਸਟ ਮੈਚ ਆ ਤਾਂ ਅਗਲੀ ਇਨਿੰਗ 'ਚ ਫੇਰ ਵਾਰੀ ਆ ਜਾਣੀ ਹੈ, ਜੇ ਵਨਡੇ ਹੈ ਤਾਂ ਕੁਝ ਦਿਨਾਂ ਬਾਅਦ ਆ ਜਾਣੀ ਹੈ, ਆ ਹੀ ਜਾਂਦੀ ਹੈ ਵਾਰੀ। ਸੋ ਮੈਨੂੰ ਲੱਗਦਾ ਰਾਜਨੀਤੀ ਵਿੱਚ ਉਹ ਇਸੇ ਤਰ੍ਹਾਂ ਚੱਲਦੇ ਨੇ, ਇੱਕ ਇਨਿੰਗ 'ਚ ਆਊਟ ਤੇ ਦੂਸਰੇ ਵਿੱਚ ਫੇਰ ਐਂਟਰੀ ਹੈ, ਕਦੇ ਓਪਨਰ ਤੇ ਕਦੇ ਕੁਛ। ਸੋ ਨਵਜੋਤ ਸਿੱਧੂ ਬਾਰੇ ਉਹਨਾਂ ਦਾ ਪੈਂਤੜਾ ਨਰਮ ਹੈ, ਰਵੱਈਆ ਨਰਮ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਹੁਣ ਇਸ ਪੈਂਤੜੇ ਦੇ ਵਿੱਚ ਉਹਨਾਂ ਨੇ ਗੱਲ ਇੱਕ ਖਾਸ ਆਖੀ ਹੈ, ਉਹ ਕਹਿੰਦੇ ਨੇ ਕਿ ਮੇਰੇ ਤੋਂ ਸੀਨੀਅਰ ਨੇ। ਇਹ ਤਾਂ ਹੁਣ ਪਤਾ ਨਹੀਂ ਕਿ ਉਮਰ ਦੇ ਵਿੱਚ ਸੀਨੀਅਰ ਉਹਨਾਂ ਨੇ ਆਖਿਆ ਤੇ ਜਾਂ ਉਹਨਾਂ ਨੇ ਗੱਲ ਸਾਬਤ ਕੀਤੀ ਕਿ ਮੈਂ ਤੇ ਉਦੋਂ ਪੜ੍ਹਦਾ ਹੁੰਦਾ ਸੀ ਜਾਂ ਅਸੀਂ ਖੇਡਦੇ ਹੁੰਦੇ ਸੀ ਤੇ ਇਹ ਭਾਰਤ ਲਈ ਖੇਡਦੇ ਸਨ, ਇਸ ਕਰਕੇ ਆਖਿਆ, ਤੇ ਜਾਂ ਰਾਜਨੀਤੀ ਵੀ ਸੀ ਉਹਨਾਂ ਨੇ ਸੀਨੀਅਰ ਆਖਿਆ। ਹੁਣ ਅਸੀਂ ਕੰਪੈਰੀਜ਼ਨ ਕਰਦੇ ਹਾਂ ਕਿ ਜਦੋਂ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਵਿੱਚ ਆਏ ਸਨ ਤੇ ਛੱਡ ਕੇ ਗਏ ਨੇ, ਆਮ ਆਦਮੀ ਪਾਰਟੀ ਵਿੱਚ ਉਹਨਾਂ ਨੂੰ ਕੱਢਿਆ ਗਿਆ, ਤੇ ਉਦੋਂ ਦੇ ਉਹਨਾਂ ਦੇ ਮੁਕਾਬਲਤਨ ਨਵਜੋਤ ਸਿੱਧੂ ਪ੍ਰਤੀ ਭਗਵੰਤ ਮਾਨ ਦਾ ਕਿਹੋ ਜਿਹਾ ਰਵੱਈਆ। ਸੁਖਪਾਲ ਖਹਿਰਾ ਜਦੋਂ ਸ਼ਾਮਲ ਹੋਏ ਤੇ ਉਹਨਾਂ ਨੇ ਆਪ ਵਾਲਾ ਪੱਲਾ ਗਲ ਵਿੱਚ ਪਾਇਆ ਤੇ ਭਗਵੰਤ ਮਾਨ ਵੀ ਨਾਲ ਬੈਠੇ ਹੋਏ ਸਨ, ਉਹਨਾਂ ਦੇ ਹਾਵ ਭਾਵ ਕੁਝ ਹੋਰ ਕਹਿ ਰਹੇ ਸਨ, ਜਿਸ ਤੇ ਬਾਅਦ ਵਿੱਚ ਕਈ ਵੀਡੀਓ ਵੀ ਵਾਇਰਲ ਹੋਈਆਂ ਤੇ ਕਸ਼ਮਕਸ਼ ਚੱਲਦੀ ਰਹੀ। ਕੋਈ ਬਹੁਤਾ ਆਪਸ ਵਿੱਚ ਇਹ ਆਗੂ ਇੱਕ ਦੂਸਰੇ ਦੇ ਖਿਲਾਫ ਬੋਲੇ ਨਹੀਂ, ਪਰ ਬਹੁਤੀ ਬਣਦੀ ਵੀ ਕਦੇ ਦਿਸੀ ਨਹੀਂ। ਸੁਖਪਾਲ ਖਹਿਰਾ ਆਪਣੇ ਵੱਡੇ ਆਗੂ ਸਮਝਦੇ ਸਨ, ਉਹ ਮੈਂਬਰ ਪਾਰਲੀਮੈਂਟ ਸਨ ਭਗਵੰਤ ਮਾਨ, ਤੇ ਇਹ ਵਿਰੋਧੀ ਧਿਰ ਦੇ ਆਗੂ ਚੁਣੇਗਾ ਸੁਖਪਾਲ ਖਹਿਰਾ। ਫਿਰ ਸਮਾਂ ਅਜਿਹਾ ਹੈ ਕਿ ਜਦੋਂ ਸੁਖਪਾਲ ਖਹਿਰਾ ਨੂੰ ਬਾਹਰ ਦਾ ਰਸਤਾ ਵੇਖਣਾ ਪਿਆ, ਲੀਡਰ ਆਫ ਆਪੋਜੀਸ਼ਨ ਤੋਂ ਉਹਨਾਂ ਦਾ ਰੌਦਾ ਖੁੱਸ ਗਿਆ, ਤੇ ਸੁਖਪਾਲ ਖਹਿਰਾ ਜਦੋਂ ਬਾਹਰ ਹੁੰਦੇ ਨੇ ਪਾਰਟੀ ਚੋਂ, ਤਾਂ ਫਿਰ ਭਗਵੰਤ ਮਾਨ ਇੱਕਦਮ ਫੁੱਟ ਪੈਂਦੇ ਨੇ। ਇੱਕ ਦੂਸਰੇ ਦੇ ਖਿਲਾਫ ਸ਼ਬਦ ਦੀ ਜੰਗ ਜਿਹੜੀ ਹੈ ਪੂਰਨ ਤੌਰ ਤੇ ਤੇਜ਼ ਹੁੰਦੀ ਹੈ, ਤੇ ਭਗਵੰਤ ਮਾਨ ਇਹ ਵੀ ਕਹਿੰਦੇ ਨੇ ਕਿ ਮੈਂ ਤੇ ਪਹਿਲੇ ਆਖਿਆ ਸੀ ਕੇਜਰੀਵਾਲ ਸਾਹਿਬ ਨੂੰ ਕਿ ਇਹ ਬੰਦਾ ਠੀਕ ਨਹੀਂ, ਇਹਨੂੰ ਪਾਰਟੀ ਵਿੱਚ ਨਾ ਲਿਆਓ। ਇਹ ਗੱਲਾਂ ਬਾਅਦ ਦੀਆਂ ਨੇ, ਪਹਿਲਾਂ ਨਹੀਂ ਬੋਲੇ, ਪਰ ਬਾਅਦ ਵਿੱਚ ਬੋਲੇ ਨੇ। ਪੜਾਸ ਉਹਨਾਂ ਨੇ ਰੱਜ ਕੇ ਕੱਢੀ ਤੇ ਸੁਖਪਾਲ ਖਹਿਰਾ ਨੇ ਵੀ ਰੱਜ ਕੇ ਕੱਢੀ, ਹੋਰ ਆਗੂਆਂ ਨੇ ਵੀ ਰੱਜ ਕੇ ਇੱਕ ਦੂਸਰੇ ਦੇ ਖਿਲਾਫ ਪੜਾਸਾਂ ਕੱਢੀਆਂ। ਪਰ ਨਵਜੋਤ ਸਿੱਧੂ ਪ੍ਰਤੀ ਭਗਵੰਤ ਮਾਨ ਦਾ ਰਵੱਈਆ ਇਹ ਕੁਝ ਸਿਆਸੀ ਅਟਕਲਾਂ ਨੂੰ ਤਾਂ ਤੇਜ਼ੀ ਦਿੰਦਾ ਹੈ, ਪਰ ਇਸ ਵਿੱਚ ਅਜੇ ਕੋਈ ਠੋਸ ਆਧਾਰ ਨਹੀਂ। ਭਗਵੰਤ ਮਾਨ ਨੂੰ ਫਿਰ ਪੁੱਛਿਆ ਗਿਆ ਇੱਕ ਪੱਤਰਕਾਰ ਵੱਲੋਂ ਕਿ ਕੀ ਨਵਜੋਤ ਸਿੱਧੂ ਨਾਲ ਤੁਹਾਡੀ ਕੋਈ ਫਾਰਮਲ ਗੱਲਬਾਤ ਹੋਈ ਹੈ, ਤਾਂ ਉਹ ਕਹਿੰਦੇ ਦੇਖੋ ਜੀ ਦੇਸ਼ ਵਿੱਚ ਮਹਿੰਗਾਈ ਬੜੀ ਵੱਧ ਗਈ ਹੈ, ਬੇਰੁਜ਼ਗਾਰੀ ਹੋ ਗਈ ਹੈ, ਤੇ ਕਰੋਨਾ ਦੀ ਟੀਕਾਕਰਨ ਦੀ ਮੁਹਿੰਮ ਜਿਹੜੀ ਹੈ ਕੋਈ ਤੇਜ਼ ਨਹੀਂ ਚੱਲ ਰਹੀ, ਬੁਰਾ ਹਾਲ ਹੈ, ਦੇਸ਼ ਦੀ ਇਕਨੋਮੀ ਥੱਲੇ ਜਾ ਰਹੀ। ਫਿਰ ਉਹਨਾਂ ਨੂੰ ਪੁੱਛਿਆ ਕਿ ਕੀ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਹੈ, ਤੇ ਉਹ ਕਹਿੰਦੇ ਨੇ ਕਿ ਦੇਖੋ ਜੀ ਕਿਸਾਨ ਅੰਦੋਲਨ ਚੱਲਦੇ ਨੂੰ ਇੰਨੇ ਮਹੀਨੇ ਹੋ ਗਏ ਨੇ, ਤੇ ਕਿਸਾਨ ਉੱਥੇ ਬੈਠੇ ਹੋਏ ਨੇ, ਖੁਦਕੁਸ਼ੀਆਂ ਵੀ ਹੋ ਗਈਆਂ ਤੇ ਮੌਤਾਂ ਵੀ ਹੋ ਗਈਆਂ, ਤੇ ਉਹਨਾਂ ਨੇ ਪੂਰਨ ਤੌਰ ਤੇ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ। ਪਰ ਨਵਜੋਤ ਸਿੱਧੂ ਨੂੰ ਇਸ ਤਰ੍ਹਾਂ ਉਹਨਾਂ ਨੇ ਇੱਕ ਫਾਰਮਲ ਸੱਦਾ ਦਿੱਤਾ ਹੈ ਕਿ ਤੁਸੀਂ ਆਓ, ਆਮ ਆਦਮੀ ਪਾਰਟੀ ਵੀ ਤੇ ਸਭ ਤੋਂ ਪਹਿਲਾਂ ਫੁੱਲ ਲੈ ਕੇ ਤੁਹਾਡੇ ਲਈ ਮੈਂ ਖੜਾ ਹਾਂ। ਸੋ ਕੁਲਦੀਪ ਜੀ, ਉਹ ਫੁੱਲ ਕਦੋਂ ਦੇਣਗੇ ਇਹਦੇ ਬਾਰੇ ਤਾਂ ਨਹੀਂ ਪਤਾ, ਪਰ ਇਸ ਵੇਲੇ ਸਾਨੂੰ ਇਸ਼ਾਰਾ ਹੋ ਗਿਆ ਕਿ ਪ੍ਰੋਗਰਾਮ 'ਚ ਬ੍ਰੇਕ ਲੈ ਲਈਏ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਤੇ ਕੁਲਦੀਪ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਭਗਵੰਤ ਮਾਨ ਤੇ ਨਵਜੋਤ ਸਿੱਧੂ ਦੇ ਵਿੱਚ ਸੁਖਪਾਲ ਖਹਿਰਾ ਦਾ ਜ਼ਿਕਰ ਕੀਤਾ, ਤੇ ਸੁਖਪਾਲ ਖਹਿਰਾ ਤੇ ਈਡੀ ਵਿਭਾਗ ਸ਼ਿਕੰਜਾ ਕੱਸ ਰਿਹਾ, ਇਹ ਕਿਉਂ ਤੇ ਕਿਵੇਂ? ਚੰਡੀਗੜ੍ਹ ਦੇ ਸੈਕਟਰ 5 ਵਿੱਚ ਕਹਿੰਦੇ ਨੇ ਕਿ ਸਵੇਰੇ 8 ਵਜੇ ਇੱਕ ਦਰਜਨ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਆਏ ਤੇ ਉਹਨਾਂ ਨੇ ਆ ਕੇ ਸੁਖਪਾਲ ਖਹਿਰੇ ਦੇ ਰਿਹਾਇਸ਼ ਤੇ ਉੱਥੇ ਛਾਪਾ ਮਾਰਿਆ। ਬਾਅਦ ਵਿੱਚ ਖਬਰਾਂ ਇਹ ਵੀ ਆਈਆਂ ਕਿ ਉਹਨਾਂ ਦੇ ਦਫ਼ਤਰ ਵਿਖੇ ਵੀ ਤੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਉਹਨਾਂ ਦੇ ਰਾਮਗੜ੍ਹ ਵਿਖੇ ਵੀ ਡਾਇਰੈਕਟੋਰੇਟ ਦਾ ਛਾਪਾ ਪਿਆ। ਇੱਕ ਤਾਂ ਮੈਂ ਦੱਸ ਦੇਵਾਂ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਹੈ ਕੀ। ਇਹ ਆਈਟੀ ਡਿਪਾਰਟਮੈਂਟ ਦਾ ਹੀ ਹਿੱਸਾ ਹੈ, ਇਨਕਮ ਟੈਕਸ ਵਾਲਿਆਂ ਦਾ ਹੀ ਹਿੱਸਾ ਹੈ। ਇਹ ਪੈਸੇ ਦੇ ਹਿਸਾਬ ਕਿਤਾਬ, ਜਿਵੇਂ ਕਿ ਪੈਸਾ ਦਾ ਮੈਂ ਕਿਸ ਤਰ੍ਹਾਂ ਦੱਸਾਂ ਕਿ ਆਰਥਿਕ ਇੱਕ ਟ੍ਰੇਲ ਜਿਹੜੀ ਹੈ ਕਿ ਮਨੀ ਜਿਹੜਾ ਕਿਸ ਹਿਸਾਬ ਨਾਲ ਕਿੱਥੇ ਕਿੱਦਾਂ ਵਰਤਿਆ ਜਾ ਰਿਹਾ ਹੈ, ਤੇ ਕੋਈ ਪੈਸੇ ਨੂੰ ਆਪਣੇ ਨੂੰ ਕਿੱਥੇ ਲਾ ਰਿਹਾ ਹੈ, ਇਹ ਸਾਰਾ ਉਹਨਾਂ ਨੂੰ ਹਿਸਾਬ ਕਿਤਾਬ ਦੇਣਾ ਹੁੰਦਾ ਹੈ। ਫਰਜ਼ ਕਰੋ ਕਿਸੇ ਕੋਲ ਜੇ ਕੁਝ ਰਕਮ ਹੈ ਬੈਂਕ ਦੇ ਬੈਲੈਂਸ ਦੇ ਵਿੱਚ ਤੌਰ ਤੇ ਮੌਜੂਦ ਹੈ, ਤੇ ਉਸ ਨੂੰ 2 ਸਾਲਾਂ ਬਾਅਦ ਈਡੀ ਪੁੱਛ ਸਕਦਾ ਹੈ ਐਨਫੋਰਸਮੈਂਟ ਡਾਇਰੈਕਟੋਰੇਟ ਕਿ ਤੁਸੀਂ ਕਿੱਥੇ ਖਰਚੇ ਨੇ, ਇਸ ਦਾ ਕੀ ਸਬੂਤ ਹੈ, ਕਿੱਥੇ ਗਏ ਤੁਹਾਡੇ ਰਕਮ। ਇਹ ਸਾਰੀਆਂ ਗੱਲਾਂ ਇਨਕਮ ਟੈਕਸ ਦਾ ਹੀ ਹਿੱਸਾ, ਪਰ ਥੋੜਾ ਜਿਹਾ ਵੱਖਰਾ ਕਾਰਜ ਹੈ। ਬੜਾ ਪੁਰਾਣਾ ਡਿਪਾਰਟਮੈਂਟ ਹੈ, 1956 ਦੇ ਵਿੱਚ ਕਹਿੰਦੇ ਬਣਿਆ ਸੀ ਇਹ। ਉਹਨਾਂ ਵੱਲੋਂ ਛਾਪਾ ਮਾਰਿਆ ਗਿਆ, ਤੇ ਐਨਫੋਰਸਮੈਂਟ ਡਾਇਰੈਕਟੋਰੇਟ ਬਾਰੇ ਜਦੋਂ ਛਾਪਾ ਉਹਨਾਂ ਦਾ ਪਿਆ ਹੈ ਤੇ ਬਜਟ ਇਜਲਾਸ ਚੱਲ ਰਿਹਾ, ਗੂੰਜ ਉੱਥੇ ਵੀ ਪਹੁੰਚੀ ਹੈ। ਪਰਮਿੰਦਰ ਸਿੰਘ ਢੀਂਡਸਾ ਬੋਲੇ ਨੇ, ਅਕਾਲੀ ਸਰਕਾਰ ਦੇ ਵਿੱਚ ਸਾਬਕਾ ਵਿੱਤ ਮੰਤਰੀ, ਤੇ ਇਸ ਵੇਲੇ ਸੁਖਦੇਵ ਸਿੰਘ ਢੀਂਡਸਾ ਦੇ ਸਪੁੱਤਰ ਨੇ ਤੇ ਉਹ ਅਕਾਲੀ ਦਲ ਤੋਂ ਵੱਖ ਨੇ। ਉਹ ਬੋਲੇ ਨੇ ਕਿ ਇਸ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਜਿਹੜੇ ਛਾਪੇ ਨੇ ਬਿਨਾਂ ਕਿਸੇ ਸਬੂਤ ਤੋਂ, ਇਹ ਮਾੜੀ ਗੱਲ ਹੈ। ਉਹਨਾਂ ਦਾ ਸਾਥ ਦਿੱਤਾ ਸ਼ਰਨਜੀਤ ਸਿੰਘ ਢਿੱਲੋਂ ਵੀ, ਅਕਾਲੀ ਆਗੂ, ਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੇ ਵੀ ਸਾਥ ਦਿੱਤਾ। ਹੋਰ ਕੌਣ ਸਾਥ ਦਿੰਦਾ ਹੈ? ਕੈਪਟਨ ਅਮਰਿੰਦਰ ਸਿੰਘ ਬੋਲਣਗੇ ਕਿ ਨਹੀਂ, ਤੇ ਕਿ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਵੀ ਚੰਗੀ ਲਿਸਟ ਵਿੱਚ ਨਹੀਂ।
ਤੇ ਇਹ ਸਾਰੇ ਲੋਕ ਨਹੀਂ ਬੋਲੇ ਕਿ ਨਵਜੋਤ ਸਿੱਧੂ ਨਾਲ ਵੀ ਉਹਨਾਂ ਦੀ ਕਲੋਜ਼ਨੈਸ ਹੈ ਕਿ ਉਹ ਬੋਲਣਗੇ ਜਾਂ ਬਾਕੀ ਲੋਕ ਕੀ ਬੋਲਦੇ ਨੇ, ਪਰ ਸੁਖਪਾਲ ਖਹਿਰਾ ਖੁਦ ਬੋਲੇ ਨੇ ਕਿ ਸੱਚ ਬੋਲਣ ਦੀ ਤੇ ਕਿਸਾਨਾਂ ਨਾਲ ਖੜਨ ਦੀ ਮੈਨੂੰ ਕੀਮਤ ਜਿਹੜੀ ਅਦਾ ਕਰਨੀ ਪੈ ਰਹੀ ਹੈ। ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਜਿਹੜਾ ਛਾਪਾ ਹੈ, ਉਹਨਾਂ ਨੇ ਦੱਸਿਆ ਕਿ ਮੈਂ ਆਪਣਾ ਸਾਰਾ ਘਰ, ਆਪਣਾ ਫੋਨ, ਆਪਣੇ ਸਾਰੇ ਘਰ ਦੀਆਂ ਚਾਬੀਆਂ ਤੇ ਸਾਰੇ ਕਾਗਜ਼ਾਤ ਜਿੰਨੇ ਹਨ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਸੌਂਪ ਦਿੱਤੇ ਹਨ ਕਿ ਇਹ ਲਓ, ਤੁਸੀਂ ਜਿਹੜੀ ਜਾਂਚ ਕਰਨੀ ਹੈ ਕਰ ਲਓ। ਤੇ ਮਨੀ ਲਾਂਡਰਿੰਗ ਦੇ ਤਹਿਤ, ਮਨੀ ਲਾਂਡਰਿੰਗ ਦੇ ਸ਼ੱਕ ਦੇ ਤਹਿਤ ਕਿ ਪੈਸੇ ਦਾ ਕੋਈ ਲੈਣ ਦੇਣ ਜਿਹੜਾ ਹੈ ਉਸ ਦੇ ਤਹਿਤ ਇਹਨਾਂ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਛਾਪੇ ਜਿਹੜੇ ਹਨ ਭਾਰਤ ਵਿੱਚ ਹੋਰ ਵੀ ਕਈ ਪ੍ਰੋਮਿਨੈਂਟ ਲੋਕਾਂ ਤੇ ਪਿਛਲੇ ਦਿਨਾਂ ਦੇ ਵਿੱਚ ਪਏ ਨੇ ਔਰ ਇਸ ਡਿਪਾਰਟਮੈਂਟ ਬਾਰੇ ਇਹ ਗੱਲ ਆਖੀ ਜਾਂਦੀ ਰਹੀ ਹੈ, ਜਿਸ ਦੇ ਨਾਲ CBI ਵੀ ਹੈ, ਜਿਸ ਦੇ ਵਿੱਚ NIA ਵੀ ਆ ਜਾਂਦੀ ਹੈ। ਹੋਰ ਕਈ ਸਰਕਾਰੀ ਏਜੰਸੀਆਂ ਨੇ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਤਾਪਸੀ ਪੰਨੂ ਦੇ ਘਰ ਤੇ ਹੋਰ ਲੋਕਾਂ ਦੇ ਘਰ ਤੇ, ਅਨੁਰਾਗ ਕੈਸ਼ਪ ਦੇ ਘਰ ਤੇ ਵੀ ਜਿਹੜੇ ਛਾਪੇ ਮਾਰੇ ਨੇ, ਉਹ ਸਾਰੀਆਂ ਚੀਜ਼ਾਂ ਨੂੰ ਇੱਕ ਲੜੀ ਦੇ ਵਿੱਚ ਪਰੋ ਕੇ ਦੇਖਿਆ ਜਾਵੇ ਤਾਂ ਫਿਰ ਤੁਹਾਨੂੰ ਗੱਲ ਸਾਰੀ ਸਟੋਰੀ ਜਿਹੜੀ ਹੈ ਸਮਝ ਆ ਜਾਂਦੀ ਹੈ। ਸੋ ਸੁਖਪਾਲ ਖਹਿਰਾ ਦੇ ਇਸ ਛਾਪੇ ਦੇ ਵਿੱਚੋਂ ਕੀ ਨਿਕਲਦਾ ਹੈ ਜਾਂ ਉਹਨਾਂ ਨੂੰ ਕਿੰਨਾ ਲੰਮਾ ਸਮਾਂ ਇਸ ਦੇ ਵਿੱਚ ਜਵਾਬਦੇਹੀ ਕਰਨੀ ਪੈ ਸਕਦੀ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਹਾਲ ਦੀ ਘੜੀ ਸਥਿਤੀ ਇਹ ਹੈ ਕਿ ਪੰਜਾਬ ਦੇ ਕਈ ਤਰ੍ਹਾਂ ਉਹਨਾਂ ਨਾਲ ਖਲੋਤੀਆਂ ਨੇ, ਪਰ ਹਾਲ ਦੀ ਘੜੀ ਉਹਨਾਂ ਨੂੰ ਜਵਾਬ ਦੇਣਾ ਪੈ ਰਿਹਾ ਇਨਫੋਰਸਮੈਂਟ ਡਾਇਰੈਕਟੋਰੇਟ। ਜੀ, ਆਗੂਆਂ ਦੇ ਘਰਾਂ ਤੇ ਛਾਪੇ ਮਾਰੇ ਜਾ ਰਹੇ ਨੇ, ਉਹਨਾਂ ਆਗੂਆਂ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਜਿਹੜੇ ਕਿਸਾਨੀ ਘੋਲ ਦੀ ਹਮਾਇਤ ਕਰ ਰਹੇ ਨੇ। ਬਿਲਕੁਲ। ਪਰ ਸਰਕਾਰ ਆਪਣੇ ਵੀ ਤੇ ਇੰਨੇ ਖਰਚੇ ਕਰਦੀ ਹੈ, ਉਹ ਤੇ ਜਿਹੜੀ ਕੰਟਰੋਲ ਕਰਨ ਵਾਲੀ, ਨਜ਼ਰ ਰੱਖਣ ਵਾਲੀ ਸੰਸਥਾ ਕੈਗ ਹੈ, ਉਹ ਇਸ ਵੇਲੇ ਚੁੱਪ ਕਿਉਂ ਬੈਠੀ ਹੈ? ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਕੈਗ ਜੀ, ਇਹ ਤੇ 1858 ਦੀ ਕਹਿੰਦੇ ਸੰਸਥਾ ਹੈ। ਸਰਕਾਰੀ ਖਰਚਿਆਂ ਦਾ ਹਿਸਾਬ ਕਿਤਾਬ ਤੇ ਸਰਕਾਰੀ ਖਰਚਾ ਕਿਸ ਕੰਮ ਵਾਸਤੇ ਕਿੰਨਾ ਕੀਤਾ ਗਿਆ, ਕਿੰਨਾ ਮਿਥਿਆ ਗਿਆ ਸੀ, ਉਸ ਤੋਂ ਕਿੰਨਾ ਵੱਧ ਹੋਇਆ, ਇਸ ਤੋਂ ਕਿੰਨੀ ਆਮਦਨ ਹੋ ਸਕਦੀ ਸੀ ਤੇ ਕਿੰਨੀ ਹੋਈ ਹੈ, ਕਿੰਨੀ ਨਹੀਂ ਹੋਈ ਤੇ ਕਿੰਨਾ ਘਾਟਾ ਕਿਸ ਪ੍ਰੋਜੈਕਟ ਦੇ ਵਿੱਚੋਂ ਪੈ ਗਿਆ ਤੇ ਕਿਹੜੇ ਪ੍ਰੋਜੈਕਟ ਬੰਦ ਕਰਨੇ ਪੈ ਗਏ, ਤੇ ਇਹ ਸਾਰੀਆਂ ਗੱਲਾਂ ਦਾ ਹਿਸਾਬ ਕਿਤਾਬ ਕੈਗ ਨੇ ਰੱਖਣਾ ਹੁੰਦਾ ਹੈ। ਕੈਗ ਬਾਰੇ ਇੱਕ RTI ਦੇ ਤਹਿਤ ਇੱਕ ਪ੍ਰਾਪਤ ਜਾਣਕਾਰੀ ਦੇ ਵਿੱਚੋਂ ਇਹ ਖੁਲਾਸਾ ਹੋਇਆ ਕਿ ਕੈਗ ਨੇ ਪਿਛਲੇ ਸਾਲਾਂ ਦੇ ਵਿੱਚ ਆਪਣਾ ਕੰਮ ਜਿਹੜਾ ਬਹੁਤ ਮੱਧਮ ਰਫ਼ਤਾਰ ਨਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਅਗਰ ਮੋٹے-ਮੋٹے ਆંકੜੇ ਕਹਿੰਦੇ ਨੇ ਕਿ ਦੇਖੇ ਜਾਣ ਕਿ 2015 ਤੋਂ 2020 ਤੱਕ ਉਹਨਾਂ ਦੀ ਜਿਹੜੀਆਂ ਸਾਲਾਨਾ ਰਿਪੋਰਟਾਂ ਜਾਰੀ ਕੀਤੀਆਂ ਜਾਂਦੀਆਂ ਸੀ, ਉਸ ਦੇ ਵਿੱਚ 75% ਦੀ ਗਿਰਾਵਟ ਆ ਗਈ ਹੈ। 75% ਦੀ ਗਿਰਾਵਟ ਬਹੁਤ ਵੱਡੀ ਹੁੰਦੀ ਹੈ। ਉਸ ਤੋਂ ਪਹਿਲਾਂ ਕਿੰਨਾ ਕੰਮ ਕਰਦੇ ਸਨ? ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ 2G ਸਪੈਕਟਰਮ ਦਾ ਵੰਡ ਦਾ ਘਪਲਾ, ਕੋਇਲਾ ਘਪਲਾ, ਹਾਊਸਿੰਗ ਕਾਰਪੋਰੇਸ਼ਨ, ਕਾਮਨਵੈਲਥ ਖੇਡਾਂ ਤੇ ਹੋਰ ਅਨੇਕਾਂ ਘਪਲੇ ਜਿਹੜੇ ਸਾਹਮਣੇ ਆਏ ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ, ਉਹ ਸਾਰੇ ਲੋਕਾਂ ਨੂੰ, ਉਸੇ ਨਾਲ ਸੰਬੰਧਿਤ ਲੋਕਾਂ ਨੂੰ ਬੰਨਿਆ ਗਿਆ। ਸੁਰੇਸ਼ ਕਲਮਾਡੀ ਤੇ ਕਨੀਮੋਜੀ, ਹਾਂਜੀ ਕਨੀਮੋਈ ਵਾਰਿਆ ਤੇ ਬਹੁਤ ਸਾਰੇ ਆਗੂ ਇਸ ਵਿੱਚ ਬੱਝੇ। ਸਾਰੀ ਜਾਂਚ ਚੱਲੀ ਹੈ ਤੇ ਅੰਨਾ ਹਜ਼ਾਰੇ ਨੇ ਇਹ ਸਾਰੀਆਂ ਰਿਪੋਰਟਾਂ ਦਾ ਸਹਾਰਾ ਲੈ ਕੇ ਇੱਕ ਅੰਦੋਲਨ ਦਾ ਮੁੱਢ ਬੰਨਿਆ ਜਿਸ ਨੇ ਸਰਕਾਰ ਨੂੰ ਪਲਟ ਕੇ ਰੱਖ ਦਿੱਤਾ। ਔਰ ਸਾਰੇ ਉਸ ਅੰਦੋਲਨ ਦੇ ਵਿੱਚ ਸ਼ਾਮਲ ਸਨ, ਸਾਰੇ ਲੋਕ ਨਾਰਾਜ਼ ਸਨ ਕਿ ਇੰਨੇ ਵੱਡੇ ਘਪਲੇ ਕਿੱਥੋਂ ਹੋ ਗਏ। ਸਰਕਾਰ ਨੇ ਖਰਚੇ ਜਿਹੜੇ ਸੀ, ਸਰਕਾਰ ਨੂੰ ਆਮਦਨਾਂ ਹੋਣੀਆਂ ਸੀ, ਕਿੱਥੇ ਗਈਆਂ? ਹੁਣ ਸਪੈਕਟਰਮ ਦੀ ਵੰਡ ਤਾਂ ਕੁਝ ਦਿਨ ਪਹਿਲਾਂ ਵੀ ਹੋਈ ਹੈ। ਸਪੈਕਟਰਮ ਦੀ ਵੰਡ ਦੇ ਬਾਰੇ ਇੱਕ ਖਬਰ ਤਾਂ ਆਈ ਹੈ, ਪਰ ਕੈਗ ਦੀ ਰਿਪੋਰਟ ਜਾਂ ਕਿਸੇ ਹੋਰ ਚੀਜ਼ ਦੀ ਰਿਪੋਰਟ ਨਹੀਂ ਆਈ। ਕੈਗ ਨੇ ਕਿਸ ਤਰ੍ਹਾਂ ਦੀ ਰਿਪੋਰਟ ਦੇਣੀ ਸੀ? ਕਹਿੰਦੇ ਨੇ ਕਿ ਇੱਕ ਬਹੁਤ ਸੀਰੀਅਸ ਮਾਮਲਾ ਸੀ ਨੋਟਬੰਦੀ ਦਾ। ਨੋਟਬੰਦੀ ਬਾਰੇ ਕੈਗ ਦੀ ਰਿਪੋਰਟ ਆਉਣੀ ਬਹੁਤ ਜ਼ਿਆਦਾ ਜ਼ਰੂਰੀ ਸੀ, ਭਾਵ ਕਿ ਇਹ ਦੱਸਣ ਲਈ ਕਿ ਇਹ ਜਿਹੜੇ 100 ਦੇ 500 ਦੇ ਜਾਂ 1000 ਦੇ ਨੋਟ ਬੰਦ ਕੀਤੇ ਗਏ ਨੇ, ਇਹਨਾਂ ਸਾਰਿਆਂ ਨੂੰ ਦੁਬਾਰਾ ਮਾਰਕੀਟ ਦੇ ਵਿੱਚ ਲਿਆਉਣ ਲਈ 500 ਦੇ 2000 ਦੇ ਤੇ ਹੋਰ ਨੋਟ, ਇਹਨਾਂ ਨੂੰ ਲਿਆਉਣ ਲਈ ਸਰਕਾਰ ਦਾ ਕਿੰਨਾ ਪੈਸਾ ਖਰਚ ਹੋਇਆ, ਕਿੰਨਾ ਨੁਕਸਾਨ ਹੋਇਆ, ਕਿੰਨੀਆਂ ਨੌਕਰੀਆਂ ਗਈਆਂ, ਜਾਂ ਸਾਰਾ ਹਿਸਾਬ ਕਿਤਾਬ ਜਿਹੜਾ ਸੀ ਕੈਗ ਨੇ ਆਪਣੀ ਰਿਪੋਰਟ ਵਿੱਚ ਦੇਣਾ ਸੀ। ਕੈਗ ਨੇ ਉਸ ਬਾਰੇ ਕੋਈ ਜਾਂਚ ਨਹੀਂ ਕੀਤੀ, ਕੋਈ ਰਿਪੋਰਟ ਵੀ ਜਾਰੀ ਨਹੀਂ ਕੀਤੀ। ਇਸ ਤਰ੍ਹਾਂ ਹੋਰ ਮੁੱਦੇ ਜਿਸ ਦੇ ਵਿੱਚ ਨੋਟਬੰਦੀ ਦੀ ਰੱਖਿਆ ਦੇ ਬਾਰੇ ਦੱਸਿਆ ਗਿਆ ਕਿ ਰੱਖਿਆ ਦੇ ਬਜਟ ਦੇ ਬਾਰੇ ਤੇ ਰੱਖਿਆ ਦੇ ਬਾਰੇ ਕਿੰਨੇ ਖਰਚੇ ਕੀਤੇ ਜਾਣੇ ਸਨ, ਕਿਹੜੀ ਚੀਜ਼ ਦੇ ਵਿੱਚੋਂ ਕਿਹੜੀ ਚੀਜ਼ ਦਾ ਘਾਟਾ ਪਿਆ, ਕਿਹੜੇ ਹੋਰ ਖਰਚੇ ਵਧਾਏ ਗਏ, ਇਹ ਸਾਰੀ ਡਿਟੇਲਡ ਰਿਪੋਰਟਿੰਗ ਜਿਹੜੀ ਹੈ ਕੈਗ ਨੇ ਕਰਨੀ ਹੁੰਦੀ ਹੈ, ਉਹ ਨਹੀਂ ਕੀਤੀ ਗਈ। ਰੇਲਵੇ ਦੇ ਬਾਰੇ ਵੀ ਇਸੇ ਤਰ੍ਹਾਂ ਜਾਣਕਾਰੀਆਂ ਜਿਹੜੀਆਂ ਸੀ ਦੇਣੀਆਂ ਬੰਦ ਕਰ ਦਿੱਤੀਆਂ ਗਈਆਂ। ਲੇਕਿਨ ਸਭ ਤੋਂ ਸੀਰੀਅਸ ਮੁੱਦਾ ਜਿਹੜਾ ਸੀ ਉਹ FCI ਨਾਲ ਸੰਬੰਧਿਤ ਆਇਆ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਭਾਰਤੀ ਖਾद्य ਨਿਗਮ ਜਿਸ ਨੂੰ ਹਿੰਦੀ ਵਿੱਚ ਕਹਿ ਦਿੰਦੇ ਆ। FCI ਦਾ ਗੋਦਾਮ ਹੈ ਹਰਿਆਣੇ ਦੇ ਵਿੱਚ, ਉਸ ਦੀ ਰਿਪੋਰਟ ਜਿਹੜੀ ਹੈ ਕੈਗ ਨੇ ਜਾਰੀ ਕੀਤੀ ਤੇ ਉਸ ਦੀ ਰਿਪੋਰਟ ਤਿਆਰ ਕੀਤੀ। ਉਹ ਰਿਪੋਰਟ ਕੀ ਹੈ? ਰੌਲਾ ਪਿਆ ਹੋਇਆ ਹੈ ਕਿਸਾਨ ਅੰਦੋਲਨ ਦੇ ਵਿੱਚ, ਤੁਸੀਂ ਵੀ ਜਾਣਦੇ ਹੋ। ਸਭ ਤੋਂ ਜ਼ਿਆਦਾ ਜਿਹੜਾ ਕਿਸਾਨਾਂ ਵੱਲੋਂ ਜਿਹੜੀ ਉਂਗਲੀ ਕੀਤੀ ਜਾ ਰਹੀ ਹੈ ਉਹ ਅਡਾਨੀ ਤੇ ਅੰਬਾਨੀ ਗਰੁੱਪ ਤੇ ਕੀਤੀ ਜਾ ਰਹੀ ਹੈ। ਅੰਬਾਨੀ ਗਰੁੱਪ
ਤੇ ਇਸ ਦਾ ਜਵਾਬ ਮਾੜਾ ਮੋਟਾ ਦਿੰਦਾ ਰਿਹਾ ਤੇ ਅਡਾਨੀ ਗਰੁੱਪ ਨੇ ਵੀ ਦਿੱਤਾ ਅਖਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਛਾਪ ਕੇ ਸਾਡਾ ਇਸ ਤਰ੍ਹਾਂ ਖੇਤੀਬਾੜੀ ਦੇ ਖੇਤਰ ਦੇ ਵਿੱਚ ਸ਼ਾਮਲ ਹੋਣ ਦਾ ਇੱਕ ਕੁਐਸਚਨਰ ਬਣਾ ਕੇ ਕਿ ਆਹ ਸਹੀ ਤੇ ਆਹ ਗਲਤ ਜੀ ਪੰਜਾਬ ਦੀਆਂ ਸਾਰੀਆਂ ਅਖਬਾਰਾਂ ਵਿੱਚ ਛਾਪਿਆ ਗਿਆ ਸਾਰਿਆਂ ਨੇ ਆਪਣੇ ਆਪਣੇ ਸਪਸ਼ਟੀਕਰਨ ਦਿੱਤੇ ਨੇ ਪਰ ਇੱਕ ਹਰਿਆਣੇ ਦੇ ਵਿੱਚ FCI ਦਾ ਇੱਕ FCI ਕਿਉਂਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ ਪਹਿਲਾਂ ਇਹਨਾਂ ਦੇ ਆਪਣੇ ਗੋਦਾਮ ਹਨ ਪੂਰੇ ਭਾਰਤ ਦੇ ਵਿੱਚ ਹਨ ਥਾਂ ਥਾਂ ਹਨ ਪੰਜਾਬ ਵਿੱਚ ਬਹੁਤੀ ਜਗ੍ਹਾ ਤੇ ਹਨ ਉਹਨਾਂ ਗੋਦਾਮਾਂ ਦੇ ਵਿੱਚ ਕਿਸਾਨਾਂ ਤੋਂ ਖਰੀਦ ਕੇ ਮੰਡੀਆਂ ਦੇ ਥਰੂ ਫਸਲ ਜਿਹੜੀ ਆ ਭੰਡਾਰ ਕਰਦੀ ਹੈ ਫੂਡ ਕਾਰਪੋਰੇਸ਼ਨ ਆਫ ਇੰਡੀਆ ਤੇ ਇਸ ਤਰ੍ਹਾਂ ਅਡਾਨੀ ਨੇ ਆਪਣੇ ਸਾਈਲੋ ਜਿਹੜੇ ਨੇ ਉਹ ਭੰਡਾਰਨ ਜਿਹੜੇ ਨੇ ਭੰਡਾਰ ਕੇਂਦਰ ਜਿਹੜੇ ਨੇ ਬਣਾਉਣੇ ਪ੍ਰਾਈਵੇਟ ਤੌਰ ਤੇ ਸ਼ੁਰੂ ਕੀਤੇ ਹੋਏ ਨੇ ਪਿਛਲੇ ਸਾਲਾਂ ਤੋਂ ਉਹਨਾਂ ਦੇ ਵਿੱਚ ਜਿਹੜੀ ਆ ਉਪਜ ਜਿਹੜੀ ਹੈ ਕਿਸਾਨਾਂ ਤੋਂ ਖਰੀਦ ਕੇ ਰੱਖੀ ਜਾ ਰਹੀ ਹੈ ਰੱਖੀ FCI ਵੱਲੋਂ ਜਾ ਰਹੀ ਹੈ ਕਿਉਂਕਿ ਉਹ ਸਿੱਧੇ ਤੌਰ ਤੇ ਖਰੀਦ ਨਹੀਂ ਕਰਦੇ ਸਾਈਲੋ ਉਹਨਾਂ ਦੇ ਬਣੇ ਹੋਏ ਨੇ ਉਪਜ ਉਹਨਾਂ ਵਿੱਚ ਜਾ ਰਹੀ ਹੈ ਪਰ ਖਰੀਦ ਜਿਹੜੀ ਆ FCI ਕਰ ਰਹੀ ਹੈ ਹੁਣ ਹੋਇਆ ਇਹ ਹੈ ਕਿ ਹਰਿਆਣੇ ਦੇ ਵਿੱਚ ਇੱਕ FCI ਨੇ ਇੱਕ ਗੋਦਾਮ ਜਿਹੜਾ ਸੀ ਸਾਈਲੋ ਜਿਹੜਾ ਸੀ ਅਡਾਨੀ ਗਰੁੱਪ ਤੋਂ ਕਿਰਾਏ ਤੇ ਲਿਆ ਤੇ ਉਸ ਦੇ ਵਿੱਚ ਸਮਰੱਥਾ ਨਾਲੋਂ ਕਿਤੇ ਘੱਟ ਜਿਹੜਾ ਸੀ ਉਹ ਭੰਡਾਰ ਕੀਤਾ ਤੇ ਦੂਸਰੇ ਪਾਸੇ ਉਹ ਆਪਣੇ ਗੋਦਾਮਾਂ ਦੇ ਵਿੱਚ ਮਾਲ ਭਰਦੇ ਰਹੇ ਉੱਥੇ ਦਾ ਖਰਚਾ ਵੱਖਰਾ ਪਾ ਦਿੱਤਾ ਤੇ ਉੱਥੇ ਜਿਹੜਾ ਅਨਾਜ ਸੀ ਉਹ ਪੁਰਾਣੇ ਹੋ ਚੁੱਕੇ ਗੋਦਾਮ ਨੇ ਕਿਤੇ ਛੱਤਾਂ ਚੋਂਦੀਆਂ ਨੇ ਕਿਤੇ ਚੂਹੇ ਖਾ ਜਾਂਦੇ ਨੇ ਕਿਤੇ ਕੁਝ ਹੁੰਦਾ ਉਹ ਸਾਰਾ ਜਿਹੜਾ ਸੀ ਵੇਸਟ ਹੋ ਗਿਆ ਉਹ ਹੋ ਜਾਂਦਾ ਉਸ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਵੇਸਟ ਹੋ ਜਾਂਦਾ ਹਰ ਸਾਲ ਅਨਾਜ ਜਿਹੜਾ ਖਰਾਬ ਬਹੁਤ ਵੱਡੀ ਮਾਤਰਾ ਦੇ ਵਿੱਚ ਭਾਰਤ ਵਿੱਚ ਹੁੰਦਾ ਸੋ FCI ਦੇ ਜਿਹੜਾ ਸੀ ਉਸ ਦਾ ਪੂਰਾ ਫਾਇਦਾ ਅਡਾਨੀ ਗਰੁੱਪ ਤੋਂ ਲੈਣਾ ਸੀ ਉਸ ਦਾ ਕੋਈ ਫਾਇਦਾ ਨਹੀਂ ਲਿਆ ਗਿਆ ਬਹੁਤ ਥੋੜਾ ਭੰਡਾਰ ਉੱਥੇ ਕੀਤਾ ਗਿਆ ਤੇ ਕਿਰਾਇਆ ਉਹਨਾਂ ਨੂੰ ਪੂਰਾ ਦਿੱਤਾ ਗਿਆ ਇਹ 6 ਕਰੋੜ 49 ਲੱਖ ਦਾ ਘਪਲਾ ਇੱਕ ਸਾਹਮਣੇ ਆਇਆ ਹੈ ਜੋ ਇੱਕ ਸਾਈਲੋ ਦਾ ਹੈ ਇੱਕ ਭੰਡਾਰ ਦਾ ਹੈ ਉਸ ਵੇਅਰ ਹਾਊਸ ਦੇ ਵਿੱਚ ਜਿੱਥੇ ਕਣਕ ਜਾਂ ਚੌਲ ਰੱਖੇ ਜਾਣੇ ਸੀ ਅਡਾਨੀ ਗਰੁੱਪ ਨੂੰ ਕਿਰਾਇਆ ਪੂਰੇ ਦਾ ਪੂਰਾ ਦੇ ਦਿੱਤਾ ਗਿਆ ਤੇ FCI ਨੇ ਖੁਦ ਘਾਟਾ ਖਾ ਲਿਆ ਕੈਗ ਨੇ ਇਹ ਰਿਪੋਰਟ ਜਾਰੀ ਕੀਤੀ ਪਰ ਕੈਗ ਦੀ ਰਿਪੋਰਟ ਦੇ ਵਿੱਚ ਉਹਨਾਂ ਨੇ ਕੁਝ ਲਫ਼ਜ਼ ਜਿਹੜੇ ਸੀ ਵਰਤੇ FCI ਨੂੰ ਜਿਸ ਤੇ ਸਰਕਾਰ ਨੂੰ ਇਤਰਾਜ਼ ਹੋਇਆ ਹੁਣ FCI ਸਰਕਾਰ ਦੇ ਅਧੀਨ ਹੈ ਤੇ ਕੈਗ ਨੂੰ ਮੰਤਰਾਲੇ ਵੱਲੋਂ ਜਿਸ ਦੇ ਅਧੀਨ FCI ਆਉਂਦਾ ਹੈ ਉਹਨਾਂ ਵੱਲੋਂ ਵਾਰ-ਵਾਰ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਕਿ ਤੁਸੀਂ ਆਪਣੀ ਰਿਪੋਰਟ ਦੇ ਵਿੱਚੋਂ ਆ ਲਫ਼ਜ਼ ਜਿਹੜੇ ਨੇ ਜਿਹੜੇ ਫਟਕਾਰ ਪਾਉਣ ਵਾਲੇ ਲਫ਼ਜ਼ ਨੇ ਉਹ ਉਹਨਾਂ ਨੂੰ ਹਟਾ ਦਿਓ ਸਾਡੇ ਵਾਸਤੇ ਚੰਗੀ ਗੱਲ ਨਹੀਂ ਸੋ ਜ਼ਾਹਿਰਾ ਤੌਰ ਤੇ ਕੈਗ ਨੂੰ ਸਲੋ ਕਰਕੇ ਉਸ ਵਿੱਚ ਆਪਣੀ ਪਸੰਦ ਦੇ ਬੰਦੇ ਬਿਠਾ ਕੇ ਬਾਕੀ ਜਿਹੜੇ ਮਹਿਕਮਿਆਂ ਦੀ ਜਵਾਬਦੇਹੀ ਹੈ ਉਹਨਾਂ ਨੂੰ ਮਾਈਨਸ ਕੀਤਾ ਜਾ ਰਿਹਾ ਹੈ ਕੈਗ ਦੇ ਜ਼ਰੀਏ ਜੋ ਜਾਣਕਾਰੀ ਭਾਰਤ ਦੇ ਨਾਗਰਿਕਾਂ ਕੋਲ ਭਾਰਤ ਦੇ ਮੀਡੀਆ ਕੋਲ ਤੇ ਭਾਰਤ ਦੇ ਨੌਜਵਾਨਾਂ ਕੋਲ ਤੇ ਭਾਰਤ ਦੇ ਲੋਕਾਂ ਕੋਲ ਆਉਣੀ ਹੁੰਦੀ ਹੈ ਉਸ ਨੂੰ ਰੋਕਿਆ ਜਾ ਰਿਹਾ ਸੋ ਕੈਗ ਬਹੁਤ ਅਹਿਮ ਹੈ ਸੋ FCI ਵੱਲੋਂ ਇਸ ਤਰ੍ਹਾਂ ਦਾ ਕੀਤੇ ਜਾਣਾ ਤੇ FCI ਦੇ ਅਧਿਕਾਰੀ ਹੁਣ ਕੀ ਜਵਾਬ ਦਿੰਦੇ ਨੇ ਜੇ ਕੈਗ ਆਪਣੀ ਰਿਪੋਰਟ ਨੂੰ ਰੋਕ ਲੈਂਦਾ ਹੈ ਇਸ ਬਾਰੇ ਵੀ ਕੁਝ ਵਿਅਕਤੀਆਂ ਨੇ ਆਖਿਆ ਉਹਨਾਂ ਨੇ ਆਖਿਆ ਕੁਝ ਵਿਰੋਧੀ ਪਾਰਟੀਆਂ ਨੇ ਗੱਲ ਤੇ ਸ਼ਿਕੰਜਾ ਕੱਸਿਆ ਉਹਨਾਂ ਨੇ ਕਿਹਾ ਕਿ ਕੈਗ ਦੇ ਵਿੱਚ 2-3 ਅਧਿਕਾਰੀ ਇਸ ਤਰ੍ਹਾਂ ਦੇ ਬਿਠਾਏ ਹੋਏ ਨੇ ਜਿਹੜੇ ਸਰਕਾਰ ਦੇ ਆਪਣੇ ਨੇ ਬੜਾ ਨਰਮ ਵਤੀਰਾ ਜਿਹੜਾ ਉਹਨਾਂ ਨੇ ਅਪਣਾਇਆ ਹੋਇਆ ਤੇ ਉਹ ਕੋਈ ਕੰਮ ਕਰਦੇ ਹੀ ਨਹੀਂ ਤੇ ਇਸ ਕਰਕੇ ਉਹਨਾਂ ਵੱਲੋਂ ਸਾਨੂੰ ਚੰਗੀ ਰਿਪੋਰਟ ਦੀ ਆਸ ਨਹੀਂ ਹੈ ਕੈਗ ਜਿਹੜਾ ਹੈ ਅਗਰ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਅਸੀਂ ਵੇਖਿਆ ਜਾਵੇ ਤੇ ਚੌਥਾ ਹਿੱਸਾ ਕਪੈਸਿਟੀ ਤੇ ਕੰਮ ਕਰ ਰਿਹਾ ਭਾਵ ਸਰਕਾਰੀ ਖਰਚਿਆਂ ਦਾ ਹਿਸਾਬ ਕਿਤਾਬ ਬਹੁਤ ਥੋੜਾ ਲਾਇਆ ਜਾ ਰਿਹਾ ਬਾਕੀ ਬਾਰੇ ਕੋਈ ਪੁੱਛ ਪੜਤਾਲ ਨਹੀਂ ਤੇ ਕੁਲਦੀਪ ਜੀ ਉਮੀਦ ਕਰਦੇ ਹਾਂ ਕਿ ਭਵਿੱਖ ਵਿੱਚ ਕੈਗ ਕੁਝ ਬੋਲੇਗਾ ਸਰਕਾਰ ਦੇ ਕੁਝ ਰਾਜ਼ ਖੋਲੇਗਾ ਪੱਤੇ ਖੋਲੇਗਾ ਤੇ ਪਰ ਇਸ ਵੇਲੇ ਸਮੇਂ ਦਾ ਰਾਜ਼ ਅਸੀਂ ਨਹੀਂ ਖੋਲ ਸਕਦੇ ਕਿਉਂਕਿ ਉਹਨੇ ਤੇ ਆਪਣੀ ਚਾਲ ਤੇ ਚੱਲਣਾ ਹੈ ਸੋ ਪ੍ਰੋਗਰਾਮ ਨੂੰ ਸਮੇਟਦੇ ਹਾਂ ਤੁਸੀਂ ਸਟੂਡੀਓ 'ਚ ਆਏ ਵਿਸਥਾਰ ਨਾਲ ਸਾਰੇ ਮੁੱਦਿਆਂ ਤੇ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ